पौड़ी वडी हूँ वड्डा अपार, तेरा मर्तबा रंग प्रंग नेक न जापन करतबा। जिया अंदर जियो सबके जान ला, सब किस तेरे वस तेरा कर भला तेरे। कर आनंद विदाई तुद कर मान महता तेज अपना आप जर। सर्व कला भरपूर दी सहजत कता, नानक दासन दास तुदे आगे बिनवता। श्लोक। पवन गुरु पानी पिता माता धरत महत, दिवस रात दुई दाई दाया खेलै सगल जगत। चंगियाइयां बुरियाइयां बचै धर्म दूर, करमी आपो अपनी के नेड़े के दूर। जिनी नाम ते आया गई मशक्कत काल, नानक ते मुखे उजले कीती छुट्टी नाल। नानक ते मुखे उजले कीती छुट्टी नाल। वाहिगुरु जी का खालसा, वाहिगुरु जी की फतेह। श्री वाहिगुरु जी। गुरु नानक पद पंकज, पंकज सिमरो अंगद। गुर अमरदास हृदय नित त्यावो हृदय। श्री गुरु रामदास गुण, गुरु अर्जन बिघनन के, बिघनन के। हर गोबिंद शुभ मत, श्री हर राय नमो कर जोरी नमो। श्री हर कृष्ण मनाओ, तेग बहादुर परम कृपाला जी, परम कृपाला। श्री गुरु गोबिंद सिंह तरो तरा
ਜੀ ਪੁੰਨ ਪੁੰਨ ਸੀਸਾ ਬੰਦਾ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਬਿਨਾਸਨ ਸੋਏ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਮੱਲੂ ਸ਼ਾਹੀ ਆਏ ਕਰ ਸ਼੍ਰੀ ਅੰਗਦ ਕੇ ਪਾਸ। ਕਰ ਬੰਧਨ ਬੈਠਿਓ ਨਿਕਟ ਬਿਨਤੀ ਕੀਨ ਪ੍ਰਕਾਸ਼। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਆਸ਼ਰਿਤ ਜੁੜ ਬੈਠੀ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹੋ। ਸੰਧਿਆ ਵੇਲੇ ਦੇ ਸਜੇ ਦੀਵਾਨਾਂ 'ਚ ਸਾਹਿਬ ਨੌਵੇਂ ਗੁਰਦੇਵ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਤੇ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ 'ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਘੜੀਆਂ ਗੁਰੂ ਲੇਖੇ ਲਾ ਕੇ ਸਫਲਾ ਕਰ ਰਹੇ ਹੋ। ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਤ੍ਰੇਹਣ ਕੁਲ ਸਿਰਮੌਰ ਬਾਬਾ ਫੇਰੂ ਨੰਦਨ ਜੀ ਦਾ ਪਵਿੱਤਰ ਇਤਿਹਾਸ ਆਪ ਜੀ ਅਦਬ ਸਤਿਕਾਰ ਸਹਿਤ ਸਰਵਣ ਕਰ ਰਹੇ ਹੋ। ਸਤਿਗੁਰਾਂ ਦੀ ਕਥਾ ਸੁਣਨ ਦਾ ਫਲ ਹੈ ਕਿ ਆਪਣੇ ਸਵੈ ਅਧਿਆਇ ਨੂੰ ਸਵੈ ਨੂੰ ਪੜਚੋਲਣਾ, ਆਪਣੇ ਅੰਦਰ ਦੀਆਂ ਖਾਮੀਆਂ ਕਮੀਆਂ ਵੇਖ ਕੇ ਉਹਨਾਂ ਵਿੱਚ ਸੋਧ ਕਰਨੀ। ਸੁਭਾਵਕ ਹੈ ਸਾਨੂੰ ਆਪਣੀਆਂ ਖਾਮੀਆਂ ਆਪਣੀਆਂ ਕਮਜ਼ੋਰੀਆਂ ਨਜ਼ਰ ਨਹੀਂ ਆਉਂਦੀਆਂ। ਸਤਿਗੁਰਾਂ ਦੀ ਕਥਾ ਸਰਵਣ ਕਰਕੇ ਸਾਨੂੰ ਸਾਡੀਆਂ ਕਮੀਆਂ ਨਜ਼ਰ ਆਉਣ ਲੱਗ ਪੈਂਦੀਆਂ ਕਿ ਸਾਡੇ 'ਚ ਕਿਹੜੀਆਂ ਖਾਮੀਆਂ ਨੇ ਔਰ ਉਹਨਾਂ ਦਾ ਸੁਧਾਰ ਕਿਵੇਂ ਕੀਤਾ ਜਾ ਸਕਦਾ। ਇਹ ਸਤਿਗੁਰਾਂ ਦੀ ਕਥਾ ਸੁਣਨ ਦਾ ਬੜਾ ਵੱਡਾ ਪੁੰਨ ਹੈ। ਇਹ ਸਭ ਤੋਂ ਵੱਡਾ ਮਹਾਤਮ ਕਹਿ ਸਕਦੇ ਹਾਂ। ਗੁਰੂ ਪਾਤਸ਼ਾਹ ਦੇ ਚਰਨਾਂ 'ਚ ਭਾਈ ਪਾਰੋ ਜੀ ਪਰਮਹੰਸ ਆਏ ਨੇ, ਬੇਨਤੀ ਕੀਤੀ, ਮਹਾਰਾਜ ਪਰਮਹੰਸ ਦੀ ਅਵਸਥਾ ਕੀ ਹੈ? ਸਤਿਗੁਰੂ ਜੀ ਨੇ ਫਰਮਾਇਆ ਜਿਹੜਾ ਵਿਵੇਕੀ ਹੈ ਉਹ ਪਰਮਹੰਸ ਹੈ। ਸਾਰ ਅਸਾਰ ਦਾ ਨਿਰਣਾ ਕਰਕੇ, ਸਾਰ ਨੂੰ ਗ੍ਰਹਿਣ ਕਰਕੇ ਅਸਾਰ ਦਾ ਤਿਆਗ ਕਰ ਦੇਵੇ, ਉਹ ਵਿਵੇਕੀ ਪਰਮਹੰਸ ਹੈ। ਸਤਿਗੁਰਾਂ ਦੇ ਬਚਨ ਸੁਣ ਕੇ ਭਾਈ ਪਾਰੋ ਜੀ ਉਸ ਪਰਮਹੰਸ ਅਵਸਥਾ ਨੂੰ ਪ੍ਰਾਪਤ ਹੋਏ। ਤੀਸਰੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ ਤੱਕ ਭਾਈ ਪਾਰੋ ਜੀ ਗੁਰੂ ਘਰ ਦੀ ਸੇਵਾ ਟਹਿਲ 'ਚ ਰਹੇ ਔਰ ਪਰਮਹੰਸ ਅਵਸਥਾ ਨੂੰ ਪ੍ਰਾਪਤ ਹੋਏ। ਗਰੀਬਨਵਾਜ ਸਤਿਗੁਰਾਂ ਦੇ ਚਰਨਾਂ ਵਿੱਚ ਹੋਰ ਕੁਝ ਸਿੱਖ ਆ ਰਹੇ ਨੇ ਜਿਨ੍ਹਾਂ ਦਾ ਜ਼ਿਕਰ ਅਗਲੇ ਪ੍ਰਸੰਗ ਵਿੱਚ ਆ ਰਿਹਾ। ਆਓ ਮਨ ਬਿਰਤੀਆਂ ਕੁਝ ਸਮੇਂ ਲਈ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਚਰਨਾਂ ਨਾਲ ਜੋੜੀਏ
ਇਕਾਗਰਤਾ ਬਣਾਉਣ ਨਿਮਿਤ ਆਪਣੀ ਰਸਨਾ ਨੂੰ ਪਵਿੱਤਰ ਕਰਦੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਮੱਲੂ ਸ਼ਾਹੀ ਆਏ ਕਰ ਸ਼੍ਰੀ ਅੰਗਦ ਕੇ ਪਾਸ। ਭਾਈ ਮੱਲੂ ਸ਼ਾਹੀ ਜੀ ਸਤਿਗੁਰਾਂ ਦੇ ਚਰਨਾਂ ਵਿੱਚ ਆਏ ਹਨ। ਜਗਤ ਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਏ ਹਨ। ਕਰ ਬੰਧਨ ਬੈਠਿਓ ਨਿਕਟ ਬਿਨਤੀ ਕੀਨ ਪ੍ਰਕਾਸ਼। ਸਤਿਗੁਰੂ ਜੀ ਦੇ ਚਰਨਾਂ ਵਿੱਚ ਬੰਦਨਾ ਕਰਕੇ ਭਾਈ ਮੱਲੂ ਸ਼ਾਹੀ ਜੀ ਗੁਰਦੇਵ ਦੇ ਚਰਨਾਂ ਵਿੱਚ ਬੜੇ ਸਨਿਮਰ ਭਾਵ ਨਾਲ ਸਤਿਗੁਰਾਂ ਨੂੰ ਬੇਨਤੀ ਕਰਕੇ ਕਹਿਣ ਲੱਗੇ, ਜੋ ਪਈ ਸ਼੍ਰੀ ਗੁਰ ਮੈਂ ਕਾਰਨ ਕਲਿਆਣ। ਕਹਿਣ ਲੱਗੇ, ਹੇ ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ, ਮੈਂ ਆਪਣੇ ਕਲਿਆਣ ਨੂੰ ਪ੍ਰਾਪਤ ਕਰਨ ਵਾਸਤੇ, ਮੁਕਤੀ ਨੂੰ ਪ੍ਰਾਪਤ ਕਰਨ ਵਾਸਤੇ ਆਇਓ ਸੁਨ ਤੁਮ ਸੁਜਸ ਮਹਾਨ। ਤੁਹਾਡਾ ਸੁਜਸ ਸੁਣ ਕੇ, ਤੁਹਾਡੀ ਮਹਿਮਾ ਸੁਣ ਕੇ ਤੁਹਾਡੀ ਸ਼ਰਨ ਚ ਆਇਆ। ਮੇਰੀ ਕਲਿਆਣ ਹੋ ਜਾਵੇ, ਮੈਂ ਮੋਕਸ਼ ਨੂੰ ਪ੍ਰਾਪਤ ਹੋ ਜਾਵਾਂ। ਇਸ ਲਈ ਮਹਾਰਾਜ ਜੀ ਮੈਂ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਪਨਾਹ ਵਿੱਚ ਚੱਲ ਕੇ ਆਇਆ, ਤੁਹਾਡੀ ਮਹਿਮਾ ਸੁਣ ਕੇ ਆਇਆ ਹਾਂ। ਕੀਜੇ ਆਪਨੋ ਉਪਦੇਸ਼। ਮਹਾਰਾਜ ਜੀ ਮੇਰੇ ਤੇ ਕਿਰਪਾ ਕਰੋ, ਦਇਆ ਕਰਕੇ ਮੈਨੂੰ ਆਪਣਾ ਪਵਿੱਤਰ ਉਪਦੇਸ਼ ਬਖਸ਼ੋ। ਖਾਲਸਾ ਜੀ ਅੰਤਰੀ ਸ਼ੁੱਧੀ ਹੋ ਜਾਵੇ। ਫਿਰ ਸਤਿਗੁਰੂ ਜੀ ਜਦੋਂ ਉਪਦੇਸ਼ ਦਿੰਦੇ ਨੇ, ਉਪਦੇਸ਼ ਹਿਰਦੇ 'ਚ ਵਸ ਜਾਂਦਾ ਹੈ। ਕਹਿਣ ਲੱਗੇ, ਮਹਾਰਾਜ ਕਿਰਪਾ ਕਰੋ, ਦਇਆ ਕਰਕੇ ਮੈਨੂੰ ਆਪਣਾ ਪਵਿੱਤਰ ਪਾਵਨ ਉਪਦੇਸ਼ ਬਖਸ਼ੋ। ਸਤਿਗੁਰੂ ਉਪਦੇਸ਼ ਕਦੋਂ ਦਿੰਦੇ ਨੇ? ਸਤਿਗੁਰੂ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਦੇ ਅੰਮ੍ਰਿਤ ਬਚਨ ਨੇ, ਗੁਰ ਤੁਠੈ ਹਰ ਉਪਦੇਸਿਆ, ਹਰ ਭੇਟਿਆ ਰਾਓ ਨਿਸੰਗ। ਜਦੋਂ ਸਤਿਗੁਰੂ ਜੀ ਤੁਠਦੇ ਨੇ, ਕਿਰਪਾ ਦੇ ਘਰ ਵਿੱਚ ਆਉਂਦੇ ਆ, ਫਿਰ ਉਪਦੇਸ਼ ਦਿੰਦੇ ਹਨ। ਮਹਾਰਾਜ ਜੀ ਕਿਰਪਾ ਕਰੋ, ਰਹਿਮਤ ਦੇ ਘਰ ਵਿੱਚ ਆ ਕੇ ਮੈਨੂੰ ਆਪਣਾ ਪਵਿੱਤਰ ਉਪਦੇਸ਼ ਬਖਸ਼ੋ। ਜਿਸ ਤੇ ਬਿਨ ਸੇ ਸਕਲ ਕਲੇਸ਼। ਜਿਸ ਉਪਦੇਸ਼ ਨੂੰ ਸੁਣ ਕੇ ਮੇਰੇ ਜਿੰਨੇ ਵੀ ਕਲੇਸ਼ ਨੇ, ਮੈਂ ਉਹਨਾਂ ਕਲੇਸ਼ਾਂ ਤੋਂ ਮੁਕਤ ਹੋ ਜਾਵਾਂ। ਹਰ ਇੱਕ ਸੰਸਾਰ ਦਾ ਪ੍ਰਾਣੀ ਇਹੀ ਚਾਹੁੰਦਾ, ਸਾਡੇ ਕਲੇਸ਼ ਸਾਡੇ ਗਲੋਂ ਲੱਥ ਜਾਣ। ਅਨੇਕ ਪ੍ਰਕਾਰ ਦੇ ਕਲੇਸ਼ ਨੇ। ਕੁਝ ਕਲੇਸ਼ ਜਿਹੜੇ ਅਸੀਂ ਮੰਨੇ ਹੋਏ ਨੇ ਪਰ ਹੈਣ ਨਹੀਂ, ਇਦਾਂ ਦੇ ਕਲੇਸ਼ ਵੀ ਅਸੀਂ ਆਪਣੇ ਗਲ ਪਾਏ ਹੋਏ ਨੇ। ਮਹਾਰਾਜ ਜੀ ਕਿਰਪਾ ਕਰੋ, ਐਸਾ ਉਪਦੇਸ਼ ਦਿਓ ਜਿਸ ਉਪਦੇਸ਼ ਨੂੰ ਸੁਣ ਕੇ ਸਾਡੇ ਸਾਰੇ ਕਲੇਸ਼ ਬਿਨਸ ਜਾਣ। ਕਰਤ ਚਾਕਰੀ ਮੁਗਲਨ ਕੇਰੀ। ਮਹਾਰਾਜ ਜੀ ਮੈਂ ਮੁਗਲਾਂ ਦੀ ਚਾਕਰੀ ਕਰਦਾ। ਭਾਈ ਮੱਲੂ ਸ਼ਾਹੀ ਜੀ ਨੌਕਰੀ ਕਰਦੇ ਸੀ, ਮੁਗਲਾਂ ਦੇ ਪਾਸ ਨੌਕਰੀ ਕਰਦੇ ਸੀ। ਮੁਗਲਾਂ ਦਾ ਰਾਜ ਸੀ ਉਸ ਵੇਲੇ ਹਿੰਦੁਸਤਾਨ 'ਚ। ਕਹਿਣ ਲੱਗੇ, ਮਹਾਰਾਜ ਜੀ ਮੈਂ ਮੁਗਲਾਂ ਦੀ ਚਾਕਰੀ ਕਰਦਾ ਹਾਂ। ਕਰੋ ਜੀਵਕਾ ਤਹਾਂ ਕਨੇਰੀ। ਔਰ ਮੇਰੀ ਜੀਵਕਾ, ਉਹਨਾਂ ਦੀ ਰੋਜੀ, ਉਹਨਾਂ ਦੇ ਦਿੱਤੇ ਪੈਸੇ ਨਾਲ ਹੀ ਚੱਲਦੀ। ਜੋ ਮੈਂ ਉੱਥੇ ਨੌਕਰੀ ਕਰਦਾ, ਮੈਨੂੰ ਰੋਜ਼ੀਨਾ ਮਿਲਦਾ, ਉਹਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਮੇਰੀ ਰੋਜੀ ਰੋਟੀ ਚੱਲਦੀ ਹੈ। ਹਲਤ ਪਲਤ ਮੁਖ ਉਜਲ ਰਹੇ। ਮਹਾਰਾਜ ਜੀ ਕਿਰਪਾ ਕਰੋ ਕਿ ਇਸ ਲੋਕ ਵਿੱਚ ਔਰ ਪਰਲੋਕ ਵਿੱਚ, ਦੋਹਾਂ ਜਹਾਨਾਂ 'ਚ ਮੇਰਾ ਮੁਖ ਉਜਵਲ ਹੋ ਜਾਵੇ। ਮੈਂ ਦੋਹਾਂ ਜਹਾਨਾਂ 'ਚ ਆਪਣੀ ਜ਼ਿੰਦਗੀ ਸਫਲ ਕਰ ਲਵਾਂ। ਅਸ ਕਰਨੀ ਕੋ ਮਮ ਚਿਤ ਰਹੇ। ਇਹੋ ਜੀ ਕਰਨੀ ਕਰਨ ਨੂੰ ਮੇਰਾ ਚਿੱਤ ਕਰਦਾ, ਜਿਹਦੇ ਨਾਲ ਇਸ ਲੋਕ ਵਿੱਚ ਵੀ ਮੁਖ ਉਜਲ ਹੋਵੇ ਤੇ ਪਰਲੋਕ ਵਿੱਚ ਵੀ। ਇਹੋ ਜੀ ਕਰਨੀ ਮਹਾਰਾਜ ਮੈਂ ਕਰਨ ਵਾਸਤੇ ਇੱਛਾ ਰੱਖਦਾ ਹਾਂ। ਸੁਨ ਕਰ ਸ਼ਰਦਾ ਪਿਖ ਕਰ ਭਾਰੇ। ਭਾਈ ਮੱਲੂ ਸ਼ਾਹੀ ਦੀ ਇਹ ਬੇਨਤੀ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਸੁਣੀ ਹੈ। ਵੇਖਿਆ ਕਿ ਭਾਈ ਮੱਲੂ ਸ਼ਾਹੀ ਜੀ ਦੇ ਹਿਰਦੇ ਵਿੱਚ ਸ਼ਰਧਾ ਹੈ। ਸ਼ਰਧਾ ਤੇ ਭਾਵਨਾ ਤੇ ਜਗਿਆਸਾ ਨਾਲ ਆ ਕੇ ਬੇਨਤੀ ਕਰ ਰਹੇ ਨੇ। ਸ਼੍ਰੀ ਅੰਗਦ ਗੁਰ ਬਾਕੀ ਉਚਾਰੇ। ਉਸ ਵਕਤ ਇਹਨਾਂ ਦੀ ਭਾਵਨਾ ਵੇਖਦਿਆਂ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਬੋਲੇ, ਭਾਈ ਮੱਲੂ ਹਿਰਦੇ ਵਿਚਾਰੋ। ਕਹਿਣ ਲੱਗੇ, ਹੇ ਭਾਈ ਮੱਲੂ ਸ਼ਾਹ ਜੀ
ਸੁਣੋ ਆਪਣੇ ਹਿਰਦੇ ਵਿੱਚ ਇਸ ਗੱਲ ਦੀ ਵਿਚਾਰ ਕਰੋ। ਦੇਹ ਅਨਿਤ ਸਦਾ ਨਿਰਤਾਰੂ। ਇਹ ਜਿਹੜੀ ਦੇਹ ਹੈ ਇਹ ਅਨਿਤ ਹੈ। ਦੇਹ ਅਨਿਤ ਨਾ ਨਿਤ ਰਹਿ, ਜਸ ਨਾਵ ਚੜ੍ਹੈ ਭਵ ਸਾਗਰ ਤਾਰੈ। ਇਹ ਦੇਹ ਅਨਿਤ ਹੈ, ਇਹ ਸਦਾ ਨਹੀਂ ਰਹਿਣੀ, ਨਿਤ ਨਹੀਂ ਰਹਿਣੀ। ਅੰਨ ਤੋਂ ਬਣੀ ਹੈ ਨਾ ਇਹ ਬਾਹਰਲੀ ਦੇਹ, ਇਹਨੂੰ ਅੰਨਮੈ ਕੋਸ਼ ਕਹਿੰਦੇ ਆ। ਤੁਸੀਂ 2 ਪ੍ਰਸ਼ਾਦੇ ਪਕਾ ਕੇ ਰੱਖਦੇ ਹੋ, 2-4 ਦਿਨਾਂ ਦੇ ਵਿੱਚ ਉਹ ਪ੍ਰਸ਼ਾਦੇ ਨੂੰ ਉੱਲੀ ਲੱਗ ਜਾਂਦੀ ਹੈ। ਕਿਉਂ? ਕਿਉਂਕਿ ਨਸ਼ਵਰ ਹੈ। ਉਸੇ ਅੰਨ ਤੋਂ ਇਹ ਦੇਹ ਬਣੀ ਹੈ। ਨਾ ਕਰੋ 5-7 ਦਿਨ ਇਸ਼ਨਾਨ ਤੇ ਸਰੀਰ ਚੋਂ ਬਦਬੂ ਆਉਣ ਲੱਗ ਪੈਂਦੀ, ਮੈਲ ਨਾਲ ਭਰ ਜਾਂਦਾ, ਕਿਉਂਕਿ ਅੰਨ ਤੋਂ ਜੋ ਬਣਿਆ। ਜੋ ਅੰਨ ਦੀ ਦਸ਼ਾ ਹੁੰਦੀ ਆ ਉਹ ਇਸ ਦੀ ਵੀ ਹੈ। ਗਲ ਸੜ ਜਾਂਦਾ ਅੰਨ। ਇਹ ਵੀ ਜੇ ਇਹਦਾ ਇਸ਼ਨਾਨ ਪਾਨ ਨਾ ਕੀਤਾ ਜਾਵੇ ਤਾਂ ਇਹਦੀ ਵੀ ਉਹੀ ਹਾਲਤ ਹੋ ਜਾਂਦੀ ਹੈ ਅੰਨ ਵਾਂਗੂ। ਤੋ ਜੋ ਅੰਨ ਨਸ਼ਵਰ ਹੈ ਉਸ ਅੰਨ ਤੋਂ ਬਣਿਆ ਇਹ ਸਰੀਰ ਨਸ਼ਵਰ ਨਹੀਂ ਹੈ। ਜਿਹਦਾ ਮੂਲ ਹੀ ਨਸ਼ਵਰ ਹੈ ਫਿਰ ਉਹਦੇ ਤੋਂ ਬਣੀ ਹੋਈ ਜਿਹੜਾ ਕਾਰਜ ਹੈ ਉਹ ਵੀ ਤਾਂ ਨਸ਼ਵਰ ਹੀ ਹੋਵੇਗਾ ਨਾ। ਮਹਾਰਾਜ ਜੀ ਕਹਿੰਦੇ ਦੇਹ ਨੂੰ ਅਨਿਤ ਕਰਕੇ ਸਮਝਣਾ ਵੀ ਇਹ ਨਿਤ ਨਹੀਂ ਹੈ। ਸੋ ਤੋ ਮਿਰਤਕ ਜਾਨ ਹੀ ਲੀਜੈ। ਇਹ ਸਮਝ ਲਓ ਵੀ ਇਹ ਦੇਹ ਮਿਰਤਕ ਹੀ ਹੈ, ਇਹਨੇ ਇੱਕ ਦਿਨ ਮੁਰਦ ਹੈ। ਜਿਉਂਦਿਆਂ ਜੀ ਵੀ ਇਹੀ ਸਮਝੋ ਵੀ ਇਹ ਮੁਰਦਾ ਹੀ ਹੈ। ਇਹਦੇ ਵਿੱਚ ਜਿਹੜੀ ਆਤਮਾ ਹੈ, ਚੇਤਨਾ, ਬਸ ਉਹੀ ਸੱਤ ਹੈ। ਇਹ ਸਰੀਰ ਤਾਂ 5 ਭੌਤਿਕ ਹੈ, ਤੋ 5 ਭੂਤਾਂ ਦਾ ਬਣਿਆ ਇਹ ਸਰੀਰ ਇਹ ਨਸ਼ਵਰ ਹੈ, ਇਹ ਬਿਨਸਣ ਵਾਲਾ ਹੈ। ਇਸ ਹਿਤ ਚਿਤ ਨੇ ਸੰਸਾ ਕੀਜੈ। ਇਸ ਹਿਤ ਵਾਸਤੇ ਆਪਣੇ ਮਨ ਵਿੱਚ ਸੰਸਾ ਨਹੀਂ ਕਰਨਾ, ਸੰਦੇਹ ਨਹੀਂ ਕਰਨਾ। ਆਤਮ ਸਦਾ ਸਾਚੀ ਜਾਨੋ। ਇਹ ਜਾਣੋ ਕਿ ਤੁਹਾਡੀ ਆਤਮਾ ਸੱਤ ਹੈ। ਦੁਨੀਆ ਵਿੱਚ ਸਭ ਤੋਂ ਵੱਡਾ ਗਿਆਨ ਤੇ ਵਿਗਿਆਨ ਕੀ ਹੈ? ਕੋਈ ਕਹੇ ਜਿਹਨੇ ਇਹ ਪੁਸਤਕਾਂ ਪੜ੍ਹ ਲਈਆਂ, ਜਿਹਨੇ ਇਹ ਗਿਆਨ ਹਾਸਲ ਕਰ ਲਿਆ ਉਹ ਵੱਡਾ ਗਿਆਨ ਹੈ। ਕੋਈ ਇਹ ਪੜ੍ਹਾਈ ਕਰ ਲਵੇ ਵੱਡਾ ਗਿਆਨ ਹੈ। ਧਾਰਮਿਕ ਦ੍ਰਿਸ਼ਟੀਕੋਣ ਤੋਂ ਜੇ ਵੇਖਣਾ ਹੋਵੇ ਕਿ ਦੁਨੀਆ ਵਿੱਚ ਸਭ ਤੋਂ ਵੱਡਾ ਗਿਆਨ ਕੀ ਹੈ ਤਾਂ ਉਹ ਹੈ ਆਪਣੇ ਨਿਜ ਸਰੂਪ ਨੂੰ ਜਾਣ ਲੈਣਾ। ਜਦੋਂ ਤੁਸੀਂ ਆਪਣੇ ਨਿਜ ਸਰੂਪ ਨੂੰ ਜਾਣ ਲਓ ਤਾਂ ਸਮਝ ਲਓ ਕਿ ਦੁਨੀਆ ਵਿੱਚ ਜੋ ਸਭ ਤੋਂ ਗਿਆਨ ਦੀ ਸੀਮਾ ਹੈ, ਚਰਮ ਸੀਮਾ, ਤੁਸੀਂ ਉਸ ਨੂੰ ਪ੍ਰਾਪਤ ਕਰ ਲਿਆ। ਜਦੋਂ ਤੱਕ ਆਪਣੇ ਆਪੇ ਨੂੰ ਨਹੀਂ ਜਾਣਿਆ, ਜਿੰਨਾ ਮਰਜੀ ਕੂੜਾ ਕਰਕਟ ਇਕੱਠਾ ਕਰੀ ਜਾਓ, ਉਹਦਾ ਕੋਈ ਲਾਭ ਨਹੀਂ ਹੋਵੇਗਾ। ਤੋ ਮਹਾਰਾਜ ਜੀ ਕਹਿੰਦੇ ਜਾਣੋ ਕਿ ਤੁਸੀਂ ਆਤਮ ਸਰੂਪ ਹੋ। ਆਪਣੇ ਆਪ ਨੂੰ ਜਾਣਨਾ ਮੈਂ ਕੀ ਹਾਂ, ਇਹੀ ਸਭ ਤੋਂ ਵੱਡਾ ਗਿਆਨ ਹੈ। ਆਤਮ ਸਦਾ ਸਾਚ ਹੀ ਜਾਣੋ। ਜੋ ਤੁਹਾਡੀ ਆਤਮਾ ਹੈ ਇਹ ਸਦਾ ਸੱਚ ਹੈ। ਇਹ ਸਰੀਰ ਜਿਹੜਾ ਬਾਹਰ ਨਜ਼ਰ ਆ ਰਿਹਾ ਹੈ ਇਹ ਤਾਂ ਕੇਵਲ ਇਹਦਾ ਕੋਸ਼ ਹੈ, ਆਤਮਾ ਇਹਦੇ ਵਿੱਚ ਹੈ। ਜਿਵੇਂ ਤਲਵਾਰ ਦਾ ਮਿਆਨ ਹੁੰਦਾ ਤੇ ਮਿਆਨ ਦੇ ਵਿੱਚ ਤਲਵਾਰ ਹੁੰਦੀ ਹੈ, ਇਸੇ ਤਰ੍ਹਾਂ ਇਹ ਬਾਹਰਲਾ ਸਰੀਰ ਕੇਵਲ ਕੋਸ਼ ਹੈ, ਆਤਮਾ ਇਹਦੇ ਵਿੱਚ ਨਿਵਾਸ ਕਰ ਰਹੀ ਹੈ। ਉਹ 5 ਭੂਤਾਂ ਦੀ ਨਹੀਂ ਬਣੀ ਹੋਈ। ਇਹ ਸਰੀਰ ਜਿਹੜਾ ਇਹ 5 ਤੱਤਾਂ ਦਾ ਬਣਿਆ ਹੋਇਆ, ਪਰ ਜਿਹੜੀ ਉਹ ਆਤਮਾ ਹੈ ਉਹ 5 ਭੌਤਿਕ ਨਹੀਂ ਹੈ। ਉਹ ਇਹਨਾਂ 5 ਤੱਤਾਂ ਤੋਂ ਅਤੀਤ ਰਹਿਤ ਹੈ। ਉਸ ਆਤਮਾ ਦਾ ਚਿੰਤਨ ਕਰਨਾ ਕਿ ਮੈਂ ਆਤਮ ਸਰੂਪ ਹਾਂ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਆਪਣੀ ਆਤਮਾ ਨੂੰ, ਆਪਣੇ ਸਰੂਪ ਨੂੰ ਸਤ ਕਰਕੇ ਜਾਣਨਾ। ਕਿਸ ਕੋ ਮਾਰਿਓ ਮਰੈ ਨਾ ਮਾਨੋ। ਉਹ ਆਤਮਾ ਐਸੀ ਸਤ ਹੈ ਵੀ ਕਿਸੇ ਦੇ ਮਾਰਿਆ ਮਰਦੀ ਨਹੀਂ। ਇਹ ਸਰੀਰ ਨੂੰ ਕੋਈ ਮਾਰੇ, ਹਥੋੜਾ ਮਾਰੇ, ਸ਼ਸਤਰ ਮਾਰੇ, ਇਹਦਾ ਬਾਅਦ ਹੋ ਜਾਂਦਾ, ਇਹ ਨਸ਼ਟ ਹੋ ਜਾਂਦਾ। ਪਰ ਉਹ ਜਿਹੜੀ ਆਤਮਾ ਹੈ ਤੁਹਾਡਾ ਸਰੂਪ, ਭਾਈ ਮੱਲੂ ਸ਼ਾਹੀ ਜੀ, ਉਹਨੂੰ ਕੋਈ ਉਹਨੂੰ ਮਾਰ ਨਹੀਂ ਸਕਦਾ। ਮਾਰੇ ਕਿਸ ਕੋ ਮਾਰਿਓ ਮਰਹਿ ਨਾ ਮਾਰੈ। ਕਿਸੇ ਦੇ ਮਾਰਿਆ ਉਹ ਮਰਦੀ ਨਹੀਂ। ਪਾਵਕ ਦਾ ਕਰਤ ਨਹੀਂ ਤਿਸੈ। ਔਰ ਅੱਗ ਉਹਨੂੰ ਸਾੜ ਨਹੀਂ ਸਕਦੀ, ਅਗਨੀ ਉਸ ਨੂੰ ਜਲਾ ਨਹੀਂ ਸਕਦੀ। ਜਲ ਨਾ ਡੁਬਾਈ ਸਕੈ ਨਿਜ ਬਿਸੈ। ਪਾਣੀ ਉਸ ਆਤਮਾ ਨੂੰ ਡੁਬੋ ਨਹੀਂ ਸਕਦਾ। ਪਾਣੀ ਉਸ ਆਤਮਾ ਨੂੰ ਡੁਬੋ ਨਹੀਂ ਸਕਦਾ। ਭਗਤ ਪ੍ਰਹਿਲਾਦ ਜੀ ਦੇ ਜੀਵਨ ਦੀ ਵਿਥਿਆ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਜੀ ਨੇ ਦਰਜ ਕੀਤੀ। ਹਰਨਾਕਸ਼ ਅੱਗ ਦੇ ਵਿੱਚ ਸਾੜਦਾ ਹੈ, ਭਗਤ ਪ੍ਰਹਿਲਾਦ ਜੀ ਨੂੰ ਅੱਗ ਸਾੜ ਨਹੀਂ ਸਕਦੀ। ਪਾਣੀ ਦੇ ਵਿੱਚ ਡੁਬੋਂਦਾ, ਛਾਤੀ ਤੇ ਪੱਥਰ ਬੰਨ੍ਹ ਕੇ ਪਾਣੀ ਡੋਬ ਨਹੀਂ ਸਕਦਾ। ਜ਼ਹਿਰੀਲੇ ਨਾਗਾਂ ਦੇ ਕੋਲੋਂ ਡਸਾਉਂਦਾ ਹੈ ਵੀ ਆਲੇ ਦੁਆਲੇ, ਪਰ ਉਹ ਜ਼ਹਿਰ ਉਹਨਾਂ ਦਾ ਵਿਗਾੜ ਨਹੀਂ ਸਕਦਾ। ਦਰਅਸਲ ਭਗਤ ਪ੍ਰਹਿਲਾਦ ਜੀ ਉਸ ਆਤਮ ਸਰੂਪ ਵਿੱਚ ਜਾ ਟਿਕੇ ਨੇ ਜਿਸ ਦਾ ਕਦੇ ਵੀ ਕਿਸੇ ਸ਼ਸਤਰ ਅਸਤਰ ਨਾਲ ਬਾਧ ਨਹੀਂ ਹੋ ਸਕਦਾ।
ਇਸ ਕਰਕੇ ਇੱਥੇ ਮਹਾਰਾਜ ਜੀ ਆਤਮਾ ਦਾ ਸਰੂਪ ਨਿਰੂਪਣ ਕਰ ਰਹੇ ਨੇ ਕਿ ਆਤਮਾ ਨੂੰ ਜਲ ਡੁਬੋ ਨਹੀਂ ਸਕਦੇ। ਸ਼ਸਤਰਨ ਤੀਨੇ ਛੇਦਿਓ ਜਾਏ। ਔਰ ਉਸੇ ਆਤਮਾ ਨੂੰ ਕੋਈ ਸ਼ਸਤਰ ਕੱਟ ਨਹੀਂ ਸਕਦਾ। ਜਲ ਨਹੀਂ ਡੂਬੈ, ਤਸਕਰ ਨਹੀਂ ਲੇਵੈ, ਪਾਹੇ ਨਾ ਸਾਕੈ, ਜਾਲਿਓ ਐਸੀ ਆਤਮਾ ਹੈ। ਨਹਿਨੰ ਛਦੰਤੀ ਸ਼ਸਤਰਾਣ, ਨਹਿਨੰ ਦਹੰਤੀ ਪਾਵਕਹ। ਅੱਗ ਉਹਨੂੰ ਜਲਾ ਨਹੀਂ ਸਕਦੀ, ਸ਼ਸਤਰ ਉਸ ਨੂੰ ਕੱਟ ਨਹੀਂ ਸਕਦੇ। ਜਿਸ ਕੋ ਪੌਣ ਨ ਸਕੇ ਡੁਲਾਏ। ਹਵਾ ਉਸ ਨੂੰ ਉਡਾ ਨਹੀਂ ਸਕਦੀ, ਡਾਵਾਂ ਡੋਲ ਨਹੀਂ ਕਰ ਸਕਦੀ। ਕਾਲ ਵਿਨਾਸ਼ਕ ਸਬਨ ਵਿਸਾਲਾ। ਜਿਹੜਾ ਕਾਲ ਸਾਰਿਆਂ ਦਾ ਵਿਨਾਸ਼ਕ ਹੈ, ਕਾਲ ਸਾਰਿਆਂ ਦਾ ਵਿਨਾਸ਼ਕ ਹੈ ਨਾ। ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸਿਵਜੂ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ। ਇਹ ਕਾਲ ਸਾਰਿਆਂ ਦਾ ਵਿਨਾਸ਼ਕ ਹੈ। ਆਤਮ ਅਹੇ ਕਾਲ ਕੋ ਕਾਲਾ। ਪਰ ਜਿਹੜੀ ਆਤਮਾ ਹੈ ਉਹ ਕਾਲ ਦਾ ਵੀ ਕਾਲ ਮਹਾਕਾਲ ਹੈ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਆਤਮਾ ਵਿੱਚ ਕਾਲ ਦਾ ਸਵਰੂਪ ਭਾਸਦਾ ਹੀ ਨਹੀਂ। ਆਤਮਾ ਵਿੱਚ ਜਦੋਂ ਸਥਿਤੀ ਹੋ ਜਾਵੇ ਉਦੋਂ ਕਾਲ ਵਿਲੈ ਹੋ ਜਾਂਦਾ। ਜਦੋਂ ਕੋਈ ਆਤਮਾ ਦੇ ਸਵਰੂਪ ਵਿੱਚ ਜਾ ਟਿਕਦਾ ਉੱਥੇ ਕਾਲ ਨਹੀਂ ਰਹਿੰਦਾ, ਉਹ ਕਾਲ ਅਤੀਤ ਹੋ ਜਾਂਦਾ। ਆਤਮਾ ਦੇ ਸਵਰੂਪ ਵਿੱਚ ਟਿਕਿਆ ਹੋਇਆ ਸਾਧਕ ਇਹੋ ਜਿਹੇ ਨਿਜ ਆਨੰਦ ਵਿੱਚ ਜਾ ਸਮਾਉਂਦਾ ਹੈ ਜਿੱਥੇ ਕਾਲ ਦੀ ਅਨੁਭੂਤੀ ਨਹੀਂ ਹੁੰਦੀ। ਅਸੀਂ ਅਕਸਰ ਕਿਤੇ ਬਾਣੀ ਪੜਨ ਵਿੱਚ ਸੁਰਤ ਕਿਤੇ ਸਾਡਾ ਧਿਆਨ ਜੁੜ ਜਾਵੇ, ਪਹਿਲੀ ਗੱਲ ਜੁੜਦਾ ਨਹੀਂ, ਜੁੜ ਜਾਵੇ ਤੇ ਸਾਨੂੰ ਸਮਾਂ ਭੁੱਲ ਨਹੀਂ ਜਾਂਦਾ, ਕਾਲ ਭੁੱਲ ਜਾਂਦਾ ਹੈ। ਤੁਸੀਂ ਆਪਣੇ ਚਕਸ਼ੂ ਬੰਦ ਕਰਕੇ ਕੁਝ ਸਮੇਂ ਲਈ ਬੈਠ ਜਾਓ, ਭਾਵੇਂ ਤੁਹਾਨੂੰ 5-10 ਮਿੰਟ ਹੀ ਬੈਠਿਆਂ ਬਤੀਤ ਹੋਣਗੇ, ਉਹ ਭਾਸੇਗਾ ਕਿਤਨਾ ਹੀ ਸਮਾਂ ਬੀਤਿਆ ਹੋਣਾ। ਪਰ ਜਿਵੇਂ ਜਿਵੇਂ ਉਹ ਸਾਧਨਾ ਪੱਕਦੀ ਚਲੀ ਜਾਂਦੀ ਹੈ, ਫਿਰ 2-2 ਘੰਟੇ ਵੀ ਬੈਠੇ ਰਹੋ ਤੇ ਇਉਂ ਜਾਪਦਾ ਵੀ ਹੁਣ ਬੈਠੇ ਸੀ, ਹੁਣੇ ਹੀ ਉੱਠ ਖਲੋਤੇ। ਕਿਉਂਕਿ ਜਿਵੇਂ ਜਿਵੇਂ ਕੋਈ ਆਤਮਾ ਵਿੱਚ ਸਥਿਤ ਹੁੰਦਾ ਉੱਥੇ ਕਾਲ ਦੀ ਅਨੁਭੂਤੀ ਨਹੀਂ ਰਹਿੰਦੀ, ਕਾਲ ਸਮਾਪਤ ਹੋ ਜਾਂਦਾ। ਇਸ ਕਰਕੇ ਆਤਮਾ ਕਾਲ ਦਾ ਵੀ ਕਾਲ ਹੈ। ਜਿਹੜੇ ਆਤਮਾ ਦੇ ਸਵਰੂਪ ਵਿੱਚ ਟਿਕ ਜਾਂਦੇ ਨੇ, ਕਾਲ ਉਹਨਾਂ ਨੂੰ ਖਤਮ ਨਹੀਂ ਕਰ ਸਕਦਾ। ਉਹਨਾਂ ਬਾਬਤ ਗੁਰਬਾਣੀ ਦਾ ਮਹਾਵਾਕ ਹੈ, ਜੀਵਤ ਪੇਖੇ ਜਿਨੇ ਹਰ ਹਰ ਧਿਆਇਆ, ਸਾਧ ਸੰਗ ਤਿਨੀ ਦਰਸ਼ਨ ਪਾਇਆ। ਉਹ ਸਦਾ ਹੀ ਜੀਵਦੇ ਹੈ ਕਿਉਂਕਿ ਆਤਮਾ ਦੇ ਸਰੂਪ ਵਿੱਚ ਸਥਿਤ ਹੋ ਗਏ। ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਜਨਮ ਸਾਖੀ ਆਪ ਜੀ ਨੇ ਸਰਵਣ ਕੀਤੀ ਹੈ, ਕਦੇ ਗਹੁ ਨਾਲ ਚਿੰਤਨ ਕਰਿਓ। ਬਗਦਾਦ ਦੀ ਧਰਤੀ ਤੇ ਜਦੋਂ ਦਸਤਗੀਰ ਦੇ ਪੁੱਤਰ ਨੂੰ ਲੱਖ ਪਤਾਲ ਲੱਖ ਆਕਾਸ਼ ਵਿਖਾਏ, ਉਹ ਆਖੇ ਵੀ ਹੁਣ ਤਾਂ ਬੜਾ ਸਮਾਂ ਬੀਤ ਗਿਆ, ਲੈ ਚੱਲੋ ਵਾਪਸ। ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਕਹਿੰਦਾ, ਜਦੋਂ ਵਾਪਸ ਆਏ ਤੇ ਵੇਖਿਆ ਵੀ ਅੱਗੇ ਉਹਦਾ ਪਿਓ ਬੈਠਾ। ਕਹਿੰਦੇ ਤੂੰ ਹਾਲੇ ਜਿਉ ਨਾ? ਵੀ ਮੈਨੂੰ ਤਾਂ ਬੜੇ ਲੰਮੇ ਸਮੇਂ ਤੋਂ ਗੁਰੂ ਨਾਨਕ ਸਾਹਿਬ ਲੈ ਕੇ ਗਏ ਨੇ। ਉਹ ਕਹਿੰਦਾ ਵੀ ਤੈਨੂੰ ਕਿਹੜਾ ਵਰੇ ਬੀਤ ਗਏ ਨੇ, ਹਾਲੇ ਤਾਂ 2 ਘੜੀਆਂ ਹੀ ਬੀਤੀਆਂ ਨੇ। ਯਾਨੀ ਕਿ ਇੱਕ ਐਸੇ ਮੰਡਲ ਦੇ ਵਿੱਚ ਸਤਿਗੁਰੂ ਜੀ ਉਹਨੂੰ ਲੈ ਗਏ ਸਨ ਜਿੱਥੇ ਕਾਲ ਦਾ ਕੋਈ ਲੇਸ਼ ਨਹੀਂ ਰਹਿ ਜਾਂਦਾ, ਜਿੱਥੇ ਕਾਲ ਨਹੀਂ ਰਹਿ ਜਾਂਦਾ, ਕਾਲ ਤੋਂ ਪਰੇ ਦੀ ਖੇਡ ਹੈ। ਕਲਗੀਧਰ ਸਵਾਮੀ ਜੀ ਦੇ ਸਮੇਂ ਇੱਕ ਵਾਕਿਆਤ ਆਉਂਦਾ, ਜਦੋਂ ਨੂਰੇ ਮਾਈ ਦੇ ਕੋਲੋਂ ਗੁਰਦੇਵ ਨੇ ਖਬਰ ਮੰਗਾਈ ਸੀ ਨਾ, ਸਰਹੰਦ ਤੋਂ ਰਾਏ ਕੋਟ ਬੈਠੇ ਆ। ਮਹਾਰਾਜ ਜੀ ਕਹਿੰਦੇ ਐ, ਰਾਏ ਕੱਲਾ ਜੀ ਵੇਖੋ ਨੂਰਾ ਪਰਤਿਆ। ਰਾਏ ਕੱਲਾ ਕਹਿੰਦਾ, ਮਹਾਰਾਜ ਇੱਕ ਦਿਨ ਉਹਨੂੰ ਜਾਣ ਤੇ ਲੱਗਣਾ, ਸਰਹੰਦ ਹੈ, ਇੱਕ ਦਿਨ ਉੱਥੇ ਰਹਿ ਕੇ ਖਬਰ ਲਏਗਾ, ਪਰਸੋਂ ਸ਼ਾਮ ਨੂੰ ਪਰਤੇਗਾ। ਮਹਾਰਾਜ ਜੀ ਚੁੱਪ ਕਰ ਗਏ। ਕੁਝ ਸਮੇਂ ਬਾਅਦ ਫਿਰ ਕਹਿੰਦੇ, ਵੇਖ ਰਾਏ ਕੱਲਾ ਨੂਰਾ ਪਰਤਿਆ, ਮਾਈ ਆਉਂਦਾ। ਇੱਕਦਮ ਰਾਏ ਕੱਲਾ ਹੈਰਾਨ ਹੋਇਆ ਵੀ ਜੇ ਗੁਰੂ ਸਾਹਿਬ ਬਾਰ-ਬਾਰ ਕਹਿੰਦੇ ਆ ਤੇ ਸਾਡਾ ਕੀ ਜਾਂਦਾ, ਵੇਖ ਲੈਨੇ ਆ। ਟਾਂਗੂ ਚਾੜਿਆ ਦਰਖਤ ਤੇ, ਟਾਂਗੂ ਨੇ ਨਿਗਾਹ ਮਾਰੀ, ਦੂਰੋਂ ਵੇਖਿਆ ਵੀ ਵਾਕਈ ਨੂਰਾ ਮਾਈ ਪਰਤਿਆ ਆਉਂਦਾ। ਨੂਰਾ ਸਤਿਗੁਰਾਂ ਕੋਲ ਆ ਕੇ ਨਮਸਕਾਰ ਕਰਦਾ, ਰੋ ਕੇ ਘਗਿਆ ਕੇ ਬੇਨਤੀ ਕਰਦਾ, ਮਹਾਰਾਜ ਉੱਥੇ ਬੜੀ ਭਿਆਨਕ ਦਾਸਤਾਂ ਵਰਤੀ ਹੈ। ਕਹਿਰ ਹੋਇਆ ਇਸ ਧਰਤੀ ਤੇ। ਆਪ ਜੀ ਦੇ 7 ਸਾਲ ਤੇ 9 ਸਾਲ ਦੇ ਬੱਚਿਆਂ ਨੂੰ ਨੀਹਾਂ 'ਚ ਚਿਣ ਕੇ ਕੋਹ ਕੇ ਸ਼ਹੀਦ ਕੀਤਾ। ਰਾਏ ਕੱਲਾ ਹੈਰਾਨ ਵੀ ਤੂੰ ਤਾਂ ਅੱਜ ਗਿਆ ਸੀ। ਕਹਿੰਦਾ ਇੱਕ ਦਿਨ ਜਾਣ ਤੇ ਲੱਗਾ, ਇੱਕ ਦਿਨ ਉੱਥੇ ਰਿਹਾ, ਮੈਂ ਤਾਂ ਤੀਜੇ ਦਿਨ ਪਰਤਿਆ। ਨੂਰੇ ਮਾਈ ਦੇ 3 ਦਿਨ ਬੀਤ ਗਏ, ਸਤਿਗੁਰਾਂ ਕੋਲ ਕੇਵਲ ਹਾਲੇ 2 ਘੜੀਆਂ ਹੀ ਬੀਤੀਆਂ ਸਨ।
ਗੁਰਦੇਵ ਉਸ ਮੰਡਲ ਵਿੱਚ ਲਿਜਾਂਦੇ ਨੇ ਆਪਣੇ ਸੇਵਕ ਨੂੰ ਜਿੱਥੇ ਕਾਲ ਦੀ ਵੀ ਸਮਾਪਤੀ ਹੋ ਜਾਂਦੀ ਹੈ। ਜਿੱਥੇ ਕਾਲ ਦੀ ਸਮਾਪਤੀ ਹੋ ਜਾਵੇ ਉਹਨੂੰ ਕਿਹਾ ਅਕਾਲ। ਤੇ ਖਾਲਸੇ ਨੂੰ ਗੁਰਦੇਵ ਨੇ ਅਕਾਲ ਨਾਲ ਜੋੜ ਕੇ ਅਕਾਲ ਦਾ ਪੁਜਾਰੀ ਬਣਾਇਆ। ਔਰ ਜਦੋਂ ਇਹ ਫੌਜ ਤਿਆਰ ਕੀਤੀ ਖਾਲਸੇ ਦੀ, ਮਹਾਰਾਜ ਜੀ ਨੇ ਆਖਿਆ ਇਹ ਅਕਾਲ ਦੀ ਫੌਜ ਹੈ। ਜਿਵੇਂ ਅਕਾਲ ਕਦੇ ਵਿਲੈ ਨਹੀਂ ਹੁੰਦਾ, ਅਕਾਲ ਸदैवी ਹੈ, ਜਿਹੜਾ ਕਾਲ ਦਾ ਵੀ ਕਾਲ ਮਹਾਕਾਲ ਹੈ। ਕਹਿੰਦੇ ਇਸੇ ਤਰ੍ਹਾਂ ਇਹ ਅਕਾਲ ਦੀ ਫੌਜ ਵੀ ਸਦਾ ਵਾਸਤੇ ਸदैवी ਹੈ, ਇਹ ਸਦਾ ਵਾਸਤੇ ਰਹੇਗੀ, ਇਹਦੀ ਹਸਤੀ ਕੋਈ ਨਹੀਂ ਮਿਟਾ ਸਕੇਗਾ। ਸਤਿ ਸ੍ਰੀ ਅਕਾਲ। ਨਮੋਸ਼ੀ ਵਿੱਚ ਨਹੀਂ ਆਉਣਾ ਕਿ ਅਸੀਂ ਸਮਾਪਤੀ ਵੱਲ ਹਾਂ। ਉਹ ਵੀ ਸਮਾਂ ਸੀ ਜਦੋਂ ਕੇਵਲ 2 ਸਿੰਘ ਹੀ ਰਹਿ ਗਏ ਸੀ ਹਜੂਰ ਸਾਹਿਬ ਦੀ ਧਰਤੀ ਤੇ। ਨਿਸ਼ਾਨ ਨਗਾਰਾ ਲੈ ਕੇ ਉੱਥੋਂ ਵਾਪਸ ਆਏ ਪੰਜਾਬ 'ਚ, ਫਿਰ ਪੰਥ ਵਿੱਚ ਵਾਧਾ ਹੋਇਆ। ਗਰਜਾ ਸਿੰਘ, ਬੋਤਾ ਸਿੰਘ ਵਰਗੇ 2 ਹੀ ਸਿੰਘ ਮਾਝੇ 'ਚ ਨਜ਼ਰ ਆਉਂਦੇ, ਪਰ ਪੰਥ ਫਿਰ ਚੜ੍ਹਦੀ ਕਲਾ ਵਿੱਚ ਹੈ। ਸੋ ਕਹਿਣ ਤੋਂ ਭਾਵ ਮਹਾਰਾਜ ਜੀ ਕਹਿੰਦੇ ਜਿਹੜੀ ਆਤਮਾ ਹੈ ਉਹ ਕਾਲ ਤੋਂ ਵੀ ਪਰੇ, ਜਿਹੜਾ ਕਾਲ ਸਭ ਨੂੰ ਸਮਾਪਤ ਕਰ ਦਿੰਦਾ, ਆਤਮਾ ਉਸ ਕਾਲ ਨੂੰ ਵੀ ਭਖ ਜਾਂਦੀ ਹੈ। ਆਤਮਾ ਉਸ ਕਾਲ ਨੂੰ ਵੀ ਆਪਣੇ 'ਚ ਵਿਲੈ ਕਰ ਲੈਂਦੀ ਹੈ। ਜਗ ਕੋ ਲਖ ਕੈ ਸੁਪਨ ਸਮਾਨੇ। ਇਸ ਜਗਤ ਨੂੰ ਸੁਪਨੇ ਦੇ ਸਮਾਨ ਜਾਣੋ ਕਿ ਇਹ ਜਗਤ ਸੁਪਨਾ ਹੈ। ਵਰਣ ਆਸ਼ਰਮ ਕਿਰਿਆ ਸੁਠਾਨੇ। ਜੋ ਜੋ ਤੁਹਾਡੇ ਕਰਮ ਨੇ, ਜਿਵੇਂ ਜਿਵੇਂ ਤੁਸੀਂ ਆਪਣੇ ਕਰਮ ਕਰ ਰਹੇ ਹੋ, ਕੋਈ ਲੋਹੇ ਦਾ ਕੰਮ ਕਰਦਾ, ਕੋਈ ਲੱਕੜੀ ਦਾ ਕੰਮ ਕਰਦਾ, ਕੋਈ ਖੇਤੀ ਦਾ ਕੰਮ ਕਰਦਾ, ਕੋਈ ਦੁਕਾਨਦਾਰੀ ਕਰਦਾ, ਕੋਈ ਨੌਕਰੀ ਕਰਦਾ, ਕੋਈ ਕੈਸਾ ਕੰਮ, ਸਾਰੇ ਆਪੋ ਆਪਣੇ ਕਰਮ ਕਰ ਰਹੇ ਹਨ। ਜਿਸ ਜਿਸ ਤਰ੍ਹਾਂ ਦਾ ਵੀ ਤੁਸੀਂ ਕਰਮ ਕਰ ਰਹੇ ਹੋ, ਬ੍ਰਹਮ ਗਿਆਨ ਕੋ ਨਿਤ ਅਭਿਆਸੈ। ਉਸ ਕਰਮ ਨੂੰ ਕਰਦਿਆਂ ਹੋਇਆਂ ਤੁਸੀਂ ਆਪਣੀ ਬਿਰਤੀ ਨੂੰ ਬ੍ਰਹਮ ਗਿਆਨ ਵਿੱਚ ਜੋੜ ਕੇ ਰੱਖਣਾ, ਬ੍ਰਹਮਾਕਾਰ ਬਣਾ ਕੇ ਰੱਖਣੀ ਹੈ ਬਿਰਤੀ। ਕੰਮ ਤੁਸੀਂ ਕੋਈ ਵੀ ਕਰ ਰਹੇ ਹੋ, ਸੁਰਤ ਵਿੱਚ, ਮਨ ਵਿੱਚ ਬ੍ਰਹਮਾਕਾਰ ਬਿਰਤੀ ਹੋਣੀ ਚਾਹੀਏ। ਉਹਨੂੰ ਕਿਹਾ ਬ੍ਰਹਮ ਗਿਆਨ ਦਾ ਅਭਿਆਸ ਕਰਨਾ। ਇਹ ਜਾਣਨਾ ਕਿ ਮੈਂ ਬ੍ਰਹਮ ਰੂਪ ਹਾਂ। ਇਹ ਅਭਿਆਸ ਤੁਸੀਂ ਕੋਈ ਵੀ ਕੰਮ ਕਰ ਰਹੇ ਹੋ, ਉਹਦੇ ਵਿੱਚ ਆਪਣੀ ਬਿਰਤੀ ਵਿੱਚ ਇਹੀ ਅਭਿਆਸ ਕਰਨਾ। ਤਨ ਹੰਤਾ ਲਖ ਝੂਠ ਬਿਨਾਸੇ। ਇਹ ਸਰੀਰ ਦੀ ਹੰਗਤਾ ਨੂੰ ਝੂਠ ਜਾਣ ਕੇ ਇਹਦਾ ਵਿਨਾਸ਼ ਕਰਨਾ, ਤਨ ਹੰਤਾ ਦਾ ਤਿਆਗ ਕਰਨਾ ਹੈ। ਇਮਹੀ ਕ੍ਰਿਸ਼ਨ ਕੀਨੇ ਉਪਦੇਸ਼। ਤਨ ਹੰਤਾ ਦਾ ਵਿਲੈ ਕਰਨ ਵਾਸਤੇ ਭਗਵਾਨ ਕ੍ਰਿਸ਼ਨ ਜੀ ਨੇ ਕੁਰੂਕਸ਼ੇਤਰ ਦੀ ਧਰਤੀ ਤੇ ਅਰਜਨ ਨੂੰ ਉਪਦੇਸ਼ ਦਿੱਤਾ। ਉਹਨੂੰ ਕਿਹਾ ਜਾਂਦਾ ਸ਼੍ਰੀਮਦ ਭਾਗਵਤ ਗੀਤਾ। 18 ਅਧਿਆਏ ਹਨ ਭਾਗਵਤ ਗੀਤਾ ਦੇ। ਉਹ ਗਿਆਨ ਹੀ ਦੇ ਰਹੇ ਨੇ ਕਿ ਤਨ ਹੰਤਾ ਨੂੰ ਵਿਲੈ ਕਰਨਾ ਹੈ। ਅਰਜਨ ਧਾਰਿਓ ਹਿਰਦੇ ਵਿਸ਼ੇਸ਼। ਔਰ ਜੋ ਸ਼੍ਰੀ ਕ੍ਰਿਸ਼ਨ ਜੀ ਨੇ ਉਪਦੇਸ਼ ਦਿੱਤਾ ਉਹ ਅਰਜਨ ਨੇ ਵਿਸ਼ੇਸ਼ ਕਰਕੇ ਆਪਣੇ ਹਿਰਦੇ 'ਚ ਵਸਾਇਆ। ਵਰਣ ਧਰਮ ਰਣ ਕਰੋ ਮਹਾਨੇ। ਇਹ ਭਾਈ ਤੇਰਾ ਵਰਣ ਧਰਮ ਹੈ ਕਿ ਤੂੰ ਸੂਰਮਾ ਹੈ, ਸਿਪਾਹੀ ਹੈ, ਮੁਗਲਾਂ ਕੋਲ ਨੌਕਰੀ ਕਰ ਰਿਹਾ। ਤੇਰਾ ਸਿਪਾਹੀ ਦਾ ਧਰਮ ਹੈ ਤੇ ਤੇਰਾ ਧਰਮ ਹੈ ਰਣ ਕਰਨਾ, ਲੜਾਈ ਕਰਨਾ। ਜਦੋਂ ਜੰਗ ਦਾ ਮਾਹੌਲ ਬਣੇ ਉਸੇ ਲਈ ਤੈਨੂੰ ਰੱਖਿਆ ਨਾ। ਸਿਪਾਹੀ ਇਸੇ ਕਰਕੇ ਬਣਾਇਆ ਵੀ ਜਦੋਂ ਜੰਗ ਦੀ ਲੋੜ ਪਵੇ ਉਦੋਂ ਲੜਨਾ। ਹਾਂਜੀ, ਆਤਮ ਸਾਚ ਕੂੜ ਤਨ ਜਾਣੇ। ਜਦੋਂ ਤੂੰ ਰਣ ਭੂਮੀ ਵਿੱਚ ਲੜਨਾ, ਮਹਾਰਾਜ ਜੀ ਕਹਿੰਦੇ ਮੱਲੂ ਸ਼ਾਹੀ ਜਦੋਂ ਲੜਨਾ ਉਦੋਂ ਇਹ ਸਮਝਣਾ ਹੈ ਕਿ ਆਤਮਾ ਸੱਚ ਹੈ ਔਰ ਇਹ ਸਰੀਰ ਬਿਨਸਣ ਵਾਲਾ ਝੂਠ ਹੈ। ਇਹਨੂੰ ਇਹ ਤਲਵਾਰਾਂ ਕੱਟ ਸਕਦੀਆਂ ਨੇ, ਇਹਨੂੰ ਇਹ ਗੋਲੀਆਂ ਵਿੰਨ ਸਕਦੀਆਂ ਨੇ, ਪਰ ਮੇਰੀ ਆਤਮਾ ਨੂੰ ਨਾ ਕੋਈ ਤਲਵਾਰ ਕੱਟ ਸਕਦੀ ਹੈ, ਨਾ ਕੋਈ ਗੋਲੀ ਆ ਕੇ ਛੇਦ ਸਕਦੀ ਹੈ। ਜਦੋਂ ਰਣ ਭੂਮੀ ਵਿੱਚ ਲੜਨਾ ਹੈ ਤੁਸਾਂ ਨੇ, ਉਦੋਂ ਆਤਮਾ ਨੂੰ ਸੱਤ ਕਰਕੇ ਜਾਣਨਾ ਔਰ ਸਰੀਰ ਨੂੰ ਝੂਠ ਜਾਣਨਾ, ਬਿਨਸਣੇ ਵਾਲਾ ਜਾਣਨਾ। ਦੀਜੇ ਦਾਨ ਸੁਕਰਮ ਕਰੀਜੇ। ਦਾਨ ਕਰਨ ਦੀ ਬਿਰਤੀ ਰੱਖਣੀ ਹੈ ਔਰ ਸ਼ੁਭ ਕਰਮ ਕਰਨੇ ਹਨ, ਭਲੇ ਕਰਮਾਂ ਵਿੱਚ ਪ੍ਰਵਿਰਤ ਹੋਣਾ। ਤਨ ਬਿਨਸਨ ਨੈ ਸੰਸਾ ਕੀਜੇ। ਕਰਮ ਵੀ ਚੰਗੇ ਕਰਨੇ ਨੇ। ਖਾਲਸਾ ਜੀ ਹੁਣ ਜੇ ਮੈਂ ਨਿੰਮ ਬੀਜਾਂ, ਨਿੰਮ ਬੀਜਣ ਤੋਂ ਬਾਅਦ ਮੈਂ ਲੱਖ ਪੂਜਾ ਆਰਾਧਨਾ ਕਰਾਂ ਤੇ ਰੱਬ ਨੂੰ ਕਹਾਂ ਵੀ ਇਸ ਨਿੰਮ ਨੂੰ ਅੰਬ ਬਣਾ ਦਿਓ, ਨਹੀਂ ਬਣਦੀ। ਜੇ ਅੰਬ ਦਾ ਬੀਜ ਬੀਜਿਆ
ਤੇ ਅੰਬ ਦੇ ਉਸ ਬੀਜ ਨੂੰ ਬੀਜਣ ਤੋਂ ਬਾਅਦ ਮੈਂ ਲੱਖ ਯਤਨ ਕਰਾਂ ਵੀ ਇਹਨਾਂ ਅੰਬ ਦੇ ਪੌਦੇ ਨੂੰ ਮੈਂ ਨਿੰਮ ਬਣਾ ਦਿਆਂ, ਉਹ ਨਹੀਂ ਬਣ ਸਕਦੇ। ਜੇ ਤੁਸੀਂ ਕਰਮ ਹੀ ਨਿੰਮ ਬੀਜਣ ਵਾਲੇ ਮਾੜੇ ਭੈੜੇ ਕੁੜੱਤਣ ਭਰੇ ਕੀਤੇ ਆ ਤੇ ਉਹਨੇ ਨਿੰਮ ਹੀ ਰਹਿਣਾ, ਫਲ ਉਹਨਾਂ ਨਹੀਂ ਦੇਣਾ। ਇਸ ਕਰਕੇ ਪਾਤਸ਼ਾਹ ਕਹਿੰਦੇ ਜੇ ਤੂੰ ਆਖੇ ਵੀ ਕਿੱਕਰ ਬੀਜ ਕੇ ਬਿਜੌਰ ਦੀਆਂ ਦਾਖਾਂ ਕੱਟਾਂਗਾ ਤਾਂ ਐਸਾ ਨਹੀਂ ਹੁੰਦਾ। ਜੇ ਕਿੱਕਰ ਬੀਜੇ ਨੇ ਤੇ ਫਿਰ ਕਿੱਕਰ ਹੀ ਵੱਢਣੇ ਪੈਣੇ ਆ। ਭਜਨ ਕਰਨ ਦੇ ਨਾਲ ਨਾਲ ਕਰਮ ਵੀ ਭਲੇ ਹੋਣੇ ਚਾਹੀਦੇ ਨੇ, ਕਰਮ ਸ਼ੁਭ ਹੋਣੇ ਚਾਹੀਦੇ ਨੇ। ਇਸ ਕਰਕੇ ਮਹਾਰਾਜ ਜੀ ਨੇ ਅਕਾਲ ਪੁਰਖ ਕੋਲੋਂ ਵਾਰੀਏ ਮੰਗਿਆ, ਦੇਹ ਸ਼ਿਵਾ ਬਰ ਮੋਹਿ ਇਹ ਸ਼ੁਭ ਕਰਮਨ ਤੇ ਕਬਹੂ ਨਾ ਟਰੋ। ਮਹਾਰਾਜ ਮੈਂ ਸ਼ੁਭ ਕਰਮਾਂ ਤੋਂ ਪਿੱਛੇ ਨਾ ਹਟਾਂ। ਸ਼ੁਭ ਕਰਮ ਕਰਨੇ ਹਨ, ਦਾਨ ਕਰਨਾ, ਭਲੀ ਬਿਰਤੀ ਰੱਖਣੀ ਹੈ। ਦੇਸ਼ ਕਾਲ ਵਸਤੂ ਮਿਲ ਤੀਨ। ਇਹ ਗੱਲ ਚੇਤੇ 'ਚ ਰੱਖਣੀ ਹੈ ਵੀ ਤਿੰਨ ਚੀਜ਼ਾਂ, ਦੇਸ਼, ਕਾਲ ਔਰ ਵਸਤੂ, ਜਦੋਂ ਇਹ ਤਿੰਨੇ ਮਿਲਣਗੀਆਂ ਤਬ ਹੋਏ ਕਾਇਆ ਪ੍ਰਾਨ ਬਹੀਨ। ਉਦੋਂ ਇਸ ਕਾਇਆ ਨੂੰ ਕੋਈ ਰੱਖ ਨਹੀਂ ਸਕੇਗਾ। ਉਦੋਂ ਇਹ ਕਾਇਆ ਨੇ ਪ੍ਰਾਣ ਵਿਹੂਣੇ ਹੋ ਜਾਣਾ ਜਦੋਂ ਤਿੰਨੇ ਮਿਲ ਗਏ। ਦੇਸ਼, ਉਹ ਜਗ੍ਹਾ ਜਿੱਥੇ ਮੌਤ ਪਰਮੇਸ਼ਰ ਨੇ ਲਿਖੀ ਹੈ, ਉਹ ਜਗ੍ਹਾ ਉਹਨੂੰ ਕਹਿੰਦੇ ਨੇ ਦੇਸ਼। ਕਾਲ, ਟਾਈਮ ਕਿਹੜਾ, ਕਿੰਨੇ ਵੱਜ ਕੇ ਕਿੰਨੇ ਮਿੰਟਾਂ ਤੇ, ਰਾਤ ਨੂੰ ਦਿਨੇ, ਉਹਨੂੰ ਕਹਿੰਦੇ ਨੇ ਕਾਲ। ਵਸਤੂ, ਕਾਰਨ, ਹਾਰਟ ਅਟੈਕ ਹੈ ਕੀ ਹੈ, ਐਕਸੀਡੈਂਟ ਹੈ ਕੀ ਹੈ, ਉਹ ਕਾਰਨ। ਜਦੋਂ ਇਹ ਤਿੰਨੇ ਮਿਲ ਗਏ ਉਦੋਂ ਇਸ ਕਾਇਆ ਨੂੰ ਕੋਈ ਨਹੀਂ ਰੱਖ ਸਕੇਗਾ। ਇਹ ਕਾਇਆ ਪ੍ਰਾਣ ਵਿਹੂਣੀ ਹੋ ਜਾਏਗੀ। ਪੂਰਨ ਬੈ ਕੋ ਸਮਾ ਸੋ ਆਵੇ। ਜਦੋਂ ਉਮਰਾ ਪੂਰੀ ਹੋਣ ਦਾ ਸਮਾਂ ਆ ਗਿਆ, ਅਵਧੀ ਪੂਰੀ ਹੋ ਗਈ, ਜਿਸ ਥਲ ਦੇ ਗਿਰੇ ਸੋ ਪਾਵੇ। ਫਿਰ ਜਿਹੜੀ ਜਗ੍ਹਾ ਤੇ ਸਰੀਰ ਡਿੱਗਣਾ ਉਹਨੂੰ ਕਹਿੰਦੇ ਨੇ ਦੇਸ਼। ਜਿੱਥੇ ਡਿੱਗਣਾ, ਜਿੱਥੇ ਇਸ ਸਰੀਰ ਨੇ ਢੇਰੀ ਹੋਣਾ। ਤ੍ਰਿਤੀਏ ਜਿਸ ਤੇ ਹੋਵਨ ਘਾਤ। ਤੀਜਾ ਹੈ ਵਸਤੂ, ਕਿ ਕਿਸ ਕਾਰਨ ਕਰਕੇ ਘਾਤ ਹੋ ਰਿਹਾ ਹੈ, ਮੌਤ ਹੋ ਰਹੀ ਹੈ। ਵਿਆਦ ਕੇ ਆਯੁਧ ਆਦ ਮਿਲ ਜਾਤ। ਕੋਈ ਬਿਮਾਰੀ ਕਰਕੇ ਜਾ ਰਿਹਾ ਹੈ ਜਾਂ ਕੋਈ ਸ਼ਸਤਰ ਅਸਤਰ ਲੱਗਾ ਉਹਦੇ ਕਰਕੇ ਮਰ ਰਿਹਾ ਹੈ। ਇਨ ਤੀਨੋਂ ਬਿਨ ਇਕੱਠੇ ਹੋਏ। ਜਦੋਂ ਤੱਕ ਇਹ ਤਿੰਨੇ ਇਕੱਠੇ ਨਹੀਂ ਹੁੰਦੇ, ਦੇਸ਼, ਕਾਲ, ਵਸਤੂ, ਇਹ ਤਿੰਨੇ ਨਹੀਂ ਮਿਲਦੇ, ਪ੍ਰਾਨ ਹਾਨ ਕਿਮ ਨੈ ਕਿਸ ਜੋਏ। ਕਹਿੰਦੇ ਫਿਰ ਕਿਸੇ ਵੀ ਤਰੀਕੇ ਨਾਲ ਇਸ ਜੀਵ ਦੇ ਪ੍ਰਾਣ ਹਾਨ ਨਹੀਂ ਹੋ ਸਕਦੇ। ਤੁਸੀਂ ਅਕਸਰ ਵੇਖਿਆ ਹੋਣਾ ਕਿ ਇਹੋ ਜਿਹੇ ਸੁਨਾਮੀਆਂ ਆਈਆਂ, ਇਹੋ ਜਿਹੇ ਭੁਚਾਲ ਆਏ ਕਿ ਸਾਰੇ ਨਗਰ ਸੜ ਕੇ ਤਬਾਹ ਹੋ ਗਏ, ਗਰਕ ਹੋ ਗਏ, ਪਰ 2-2 4-4 ਮਹੀਨਿਆਂ ਤੇ 6-6 ਮਹੀਨਿਆਂ ਦੇ ਬੱਚੇ ਜੀਵਤ ਰਹਿ ਗਏ, ਕਿਉਂਕਿ ਮੌਤ ਨਹੀਂ ਸੀ ਆਈ ਉਹਨਾਂ ਦੀ। ਉਹ ਸਮਾਂ ਤੇ ਦੇਸ਼, ਕਾਲ, ਵਸਤੂ ਮਿਲੇ ਹੀ ਨਹੀਂ। ਜਿਨ੍ਹਾਂ ਦੇ ਮਿਲ ਗਏ ਉਹਨਾਂ ਨੂੰ ਕੋਈ ਬਚਾ ਨਹੀਂ ਸਕਿਆ। ਹਾਂਜੀ, ਬਿਨ ਤ੍ਰੈ ਮਿਲੇ ਕਾਲ ਰਖਵਾਰੋ। ਜਦੋਂ ਤੱਕ ਇਹ ਤਿੰਨੇ ਮਿਲਦੇ ਨਹੀਂ ਉਦੋਂ ਤੱਕ ਕਾਲ ਰੱਖਿਆ ਕਰਦਾ। ਜਦੋਂ ਮਿਲ ਗਏ ਫਿਰ ਕਾਲ ਨਹੀਂ ਖਾਣਾ। ਜਦੋਂ ਤੱਕ ਇਹ ਤਿੰਨੇ ਨਹੀਂ ਮਿਲਦੇ, ਦੇਸ਼, ਕਾਲ, ਵਸਤੂ, ਉਦੋਂ ਤੱਕ ਉਹ ਕਾਲ ਰਖਵਾਲੀ ਕਰਦਾ ਹੈ। ਮਰਤ ਨਹੀਂ ਨੀਕੇ ਨਿਰਤਾਰੂ। ਉਦੋਂ ਤੱਕ ਇਹਦੀ ਮ੍ਰਿਤੂ ਨਹੀਂ ਹੁੰਦੀ, ਮੌਤ ਨਹੀਂ ਹੁੰਦੀ। ਇਹਨਾਂ ਨੂੰ ਭਲੀ ਪ੍ਰਕਾਰ ਨਾਲ ਆਪਣੇ ਹਿਰਦੇ 'ਚ ਨਿਰਧਾਰਤ ਕਰ ਲਵੋ। ਜੇ ਕਰ ਜੋਧੇ ਆਨ ਕਿਤ ਪਰੇ। ਜੇ ਕਿਤੇ ਭਾਈ ਮੱਲੂ ਸ਼ਾਹੀ ਜੀ ਕਿਤੇ ਜੰਗ ਦਾ ਮਾਹੌਲ ਬਣ ਜੇ, ਕਿਉਂਕਿ ਤੁਸੀਂ ਸਿਪਾਹੀ ਹੋ, ਮੈਂ ਤੁਹਾਨੂੰ ਤੁਹਾਡਾ ਕਰਤੱਵ ਚੇਤੇ ਕਰਾ ਰਿਹਾ। ਜਦੋਂ ਕਿਤੇ ਜੰਗ ਦੇ ਮੈਦਾਨ 'ਚ ਯੁੱਧ ਦਾ ਮਾਹੌਲ ਬਣ ਜਾਏ, ਅਲਪ ਕੇ ਬੋਤੇ ਨਹੀਂ ਵਿਚਰੇ। ਉਦੋਂ ਇਹ ਨਹੀਂ ਵਿਚਾਰ ਕਰਨੇ ਵੀ ਦੁਸ਼ਮਣ ਬਹੁਤੇ ਨੇ ਕਿ ਥੋੜੇ ਨੇ। ਗੁਰੂ ਅੰਗਦ ਦੇਵ ਸਾਹਿਬ ਜੀ ਸੂਰਮਤਾਈ ਦਾ ਲੱਛਣ ਦੱਸ ਰਹੇ ਨੇ ਕਿ ਇੱਕ ਸੂਰਮੇ ਦਾ ਧਰਮ ਕੀ ਹੈ। ਪਾਤਸ਼ਾਹ ਕਹਿੰਦੇ ਉਦੋਂ ਇਹ ਨਹੀਂ ਵੇਖਣਾ ਕਿ ਰਣ ਭੂਮੀ ਵਿੱਚ ਦੁਸ਼ਮਣ ਕਿਤਨੇ ਨੇ, ਥੋੜੇ ਨੇ ਜਾਂ ਵੱਧ ਨੇ। ਪੀਠ ਨ ਦੇ ਸਮੁਖ ਰਿਪ ਰਹੇ। ਔਰ ਕਦੇ ਰਣ ਭੂਮੀ 'ਚ ਆਪਣੀ ਪਿੱਠ ਨਹੀਂ ਵਿਖਾਉਣੀ, ਦੁਸ਼ਮਣ ਦੇ ਸਨਮੁਖ ਹੋ ਕੇ ਛਾਤੀ ਢਾਹ ਕੇ ਲੜਨਾ ਹੈ। ਨਿਰਪੈ ਸ਼ਸਤਰ ਬਾਹੇ ਜਸ ਲਹੇ। ਨਿਰਭੈ ਹੋ ਕੇ ਸ਼ਸਤਰ ਚਲਾਉਣੇ ਨੇ। ਜਦੋਂ ਇਸ ਤਰੀਕੇ ਨਾਲ ਲੜੋਗੇ ਤਾਂ ਤੁਹਾਡੀ ਸੋਭਾ ਹੋਵੇਗੀ, ਤੁਹਾਡਾ ਸੁਜਸ ਹੋਵੇਗਾ। ਜਗ ਮੈਂ ਪ੍ਰਾਪਤ ਬ੍ਰਿੰਦ ਪਦਾਰਥ। ਜੀਵਦੇ ਰਹਿ ਗਏ ਤਾਂ ਇਸ ਜਗਤ ਵਿੱਚ
ਉਸ ਜਿੱਤ ਤੋਂ ਬਾਅਦ ਤੁਹਾਨੂੰ ਅਨੇਕਾਂ ਪ੍ਰਕਾਰ ਦੇ ਨਾਮ ਮਿਲਣਗੇ, ਪਦਾਰਥ ਮਿਲਣਗੇ। ਲੇ ਸਤ ਸੰਗਤ ਲਾਏ ਸਕਾਰਥ। ਔਰ ਉਹਨਾਂ ਪਦਾਰਥਾਂ ਨੂੰ ਲੈ ਕੇ ਸਤਸੰਗ ਦੇ ਵਿੱਚ ਸਕਾਰਥੇ ਕਰਨਾ ਹੈ। ਉਹਨਾਂ ਪਦਾਰਥਾਂ ਨੂੰ ਭਲੇ ਪਾਸੇ ਲਾ ਕੇ ਸਫਲੇ ਕਰਨਾ ਹੈ। ਜੇ ਰਣ ਮੈਂ ਸਨਮੁਖ ਮ੍ਰਿਤਿਉ ਪਾਵੇਂ। ਤੇ ਜੇ ਰਣ ਭੂਮੀ ਵਿੱਚ ਸਨਮੁਖ ਲੜਦਿਆਂ ਸ਼ਹੀਦੀ ਪ੍ਰਾਪਤ ਹੋ ਜਾਏ, ਮੌਤ ਆ ਜਾਵੇ, ਸਵਰਗ ਨਿਸੰਸੈ ਸੂਰ ਸਿਧਾਵੇਂ। ਤੋ ਨਿਰਸੰਸੇ ਪਰਲੋਕ ਵਿੱਚ ਸੁਖ ਪ੍ਰਾਪਤ ਹੁੰਦਾ ਹੈ। ਇਮ ਦ્વੈ ਲੋਕਨ ਉਜਲ ਆਨਨ। ਇਦਾਂ ਦੋਹਾਂ ਲੋਕਾਂ ਦੇ ਵਿੱਚ ਉਹਦਾ ਮੁਖ ਉਜਵਲ ਹੁੰਦਾ, ਜਿਹੜਾ ਸੂਰਮਾ ਸੂਰਮਤਾਈ ਨਾਲ ਆਪਣਾ ਧਰਮ ਨਿਭਾਉਂਦਾ ਹੈ। ਕਰ ਕਲਿਆਣ ਏਵ ਨਿਜ ਪ੍ਰਾਨਨ। ਇਉਂ ਆਪਣੇ ਪ੍ਰਾਣਾਂ ਦੀ ਕਲਿਆਣ ਕਰ, ਇਉਂ ਆਪਣੇ ਜੀਵਨ ਦੀ ਕਲਿਆਣ ਕਰੋ। ਮੱਲੂ ਸ਼ਾਹੀ ਸੁਨ ਉਪਦੇਸ਼। ਸਤਿਗੁਰੂ ਜੀ ਦਾ ਇਹ ਪਵਿੱਤਰ ਉਪਦੇਸ਼ ਭਾਈ ਮੱਲੂ ਸ਼ਾਹੀ ਜੀ ਨੇ ਸੁਣਿਆ। ਬਰਤਨ ਲਾਗੇ ਤਥਾ ਹਮੇਸ਼। ਜਿਵੇਂ ਸਾਹਿਬ ਦਾ ਉਪਦੇਸ਼ ਹੈ, ਉਸ ਉਪਦੇਸ਼ ਦੇ ਮੁਤਾਬਕ ਭਾਈ ਮੱਲੂ ਸ਼ਾਹੀ ਜੀ ਵਰਤਣ ਲੱਗੇ। ਵੰਡ ਖਾਏ ਨਿਜ ਧਰਮ ਵਿਚਾਰੈ। ਵੰਡ ਕੇ ਖਾਂਦੇ ਨੇ ਔਰ ਆਪਣੇ ਨਿਜ ਧਰਮ ਦੀ ਵਿਚਾਰ ਕਰਦੇ ਨੇ। ਆਤਮ ਤਨ ਸਤ ਅਸਤ ਧਾਰੈ। ਆਤਮਾ ਤੇ ਤਨ ਨੂੰ ਵਿਚਾਰਦੇ ਨੇ ਵੀ ਆਤਮਾ ਸੱਤ ਹੈ ਔਰ ਇਹ ਤਨ ਅਸਤ ਨਸ਼ਵਰ ਹੈ, ਝੂਠ ਹੈ। ਇੱਕ ਸਿੱਖ ਆਇਓ ਨਾਮ ਕਿਦਾਰੀ। ਇਸੇ ਤਰ੍ਹਾਂ ਇੱਕ ਹੋਰ ਸਿੱਖ ਮਹਾਰਾਜ ਗੁਰੂ ਅੰਗਦ ਸਾਹਿਬ ਦੇ ਦਰਬਾਰ ਵਿੱਚ ਆਇਆ, ਜਿਸ ਦਾ ਨਾਮ ਭਾਈ ਕਦਾਰੀ ਹੈ। ਸਤਿਗੁਰ ਆਗੇ ਬਿਨੇ ਉਚਾਰੀ। ਭਾਈ ਕਦਾਰੀ ਜੀ ਨੇ ਆਣ ਕੇ ਗੁਰੂ ਚਰਨਾਂ ਵਿੱਚ ਨਮਸਕਾਰ ਕੀਤੀ, ਬੇਨਤੀ ਕਰਦਿਆਂ ਬੋਲੇ, ਕਾਮ ਕ੍ਰੋਧ ਮੈਂ ਜਲ ਤੋ ਜਗਤ। ਮਹਾਰਾਜ ਇਹ ਸਾਰਾ ਸੰਸਾਰ ਕਾਮ ਕ੍ਰੋਧ ਵਿੱਚ ਸੜ ਰਿਹਾ ਹੈ। ਵਿਕਾਰਾਂ ਦੀ ਭੱਠੀ ਵਿੱਚ ਪਏ ਜੀਵ ਸੜ ਰਹੇ ਨੇ, ਭੁੱਜ ਰਹੇ ਨੇ, ਸਾਰਾ ਜਗਤ ਸੜ ਰਿਹਾ ਹੈ। ਹੋਏ ਉਬਾਰੋ ਕਰ ਨਿਜ ਭਗਤ। ਇਸ ਸੰਸਾਰ ਦੀ ਵਿਸ਼ੇ ਅਗਨੀ ਦੇ ਵਿੱਚ ਮੈਂ ਵੀ ਸੜ ਰਿਹਾ, ਮੈਂ ਵੀ ਜਲ ਰਿਹਾ। ਹੇ ਗਰੀਬ ਨਵਾਜ, ਕਿਰਪਾ ਕਰਕੇ ਇਸ ਸੜਦੇ ਬਲਦੇ ਜਗਤ ਵਿੱਚੋਂ ਆਪ ਜੀ ਆਪਣੀ ਭਗਤੀ ਦਾ ਦਾਨ ਦੇ ਕੇ ਮੈਨੂੰ ਉਭਾਰ ਲਵੋ, ਰੱਖ ਲਵੋ। ਤਰਾਸ ਪਾਏ ਮੈਂ ਸ਼ਰਨ ਤਿਹਾਰੀ। ਵਿਸ਼ਿਆਂ ਵਿਕਾਰਾਂ ਦੀ ਅੱਗ ਤੋਂ ਡਰ ਕੇ, ਭੈ ਭੀਤ ਹੋ ਕੇ ਮੈਂ ਤੁਹਾਡੀ ਸ਼ਰਨ ਆਇਆ ਹਾਂ ਮਹਾਰਾਜ, ਤੁਹਾਡੀ ਪਨਾਹ ਵਿੱਚ ਆਇਆ ਹਾਂ। ਆਨ ਪਰਿਓ ਦੇਵ ਆਸਰ ਭਾਰੀ। ਤੁਹਾਡੀ ਸ਼ਰਨ ਚ ਆਣ ਪਿਆ, ਕਿਰਪਾ ਕਰਕੇ ਮੈਨੂੰ ਆਪਣਾ ਪਰਣਾ ਬਖਸ਼ੋ, ਆਪਣਾ ਆਸਰਾ ਬਖਸ਼ੋ ਮਹਾਰਾਜ। ਵਿਸ਼ਿਆਂ ਵਿਕਾਰਾਂ ਦੀ ਅੱਗ ਦੇ ਵਿੱਚ ਸੜਦੇ ਭੁੱਜਦੇ ਸੰਸਾਰ ਦੇ ਵਿੱਚੋਂ ਸਾਨੂੰ ਆਪ ਕਿਰਪਾ ਕਰਕੇ ਉਭਾਰੋ, ਰੱਖ ਲਵੋ। ਸੁਨ ਕੇ ਸ਼੍ਰੀ ਅੰਗਦ ਤਿਸ ਕਹਿਓ। ਜਦੋਂ ਭਾਈ ਕਦਾਰੀ ਜੀ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ, ਸੁਣ ਕੇ ਗਰੀਬ ਨਵਾਜ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਬੋਲੇ, ਸਕਲ ਵਿਕਾਰਨ ਤੇ ਜਗ ਦਹਿਓ। ਮਹਾਰਾਜ ਜੀ ਕਹਿੰਦੇ, ਭਾਈ ਕਦਾਰੀ, ਇਹ ਸਾਰਾ ਜਗਤ ਵਿਸ਼ੇ ਵਿਕਾਰਾਂ ਦੀ ਅਗਨੀ ਦੇ ਵਿੱਚ ਸੜ ਰਿਹਾ ਹੈ। ਜਿਮ ਦੋ ਲਗਿਓ ਮਹਾ ਸਭ ਬਨ ਕੋ। ਕਹਿੰਦੇ ਜਿਵੇਂ ਕਿਸੇ ਜੰਗਲ ਨੂੰ ਦੋ ਅਗਨੀ ਲੱਗ ਜਾਂਦੀ ਹੈ ਨਾ, ਜਿਹਨੂੰ ਦਾਵਾ ਅਗਨੀ ਕਹਿੰਦੇ ਹੈ। ਜਦੋਂ ਜੰਗਲ ਨੂੰ ਅੱਗ ਲੱਗਦੀ ਇੰਨੀ ਭਿਆਨਕ ਹੈ ਵੀ ਉਹ ਕਈ ਮਹੀਨਿਆਂ ਤੱਕ ਨਹੀਂ ਬੁਝਦੀ, ਇਤਨੀ ਵਿਕਰਾਲ ਅਗਨੀ ਲੱਗਦੀ ਹੈ। ਫਾਂਦ ਜਾਤ ਮ੍ਰਿਗ ਕਰ ਬਲ ਤਨ ਕੋ। ਉਸ ਬਲਦੀ ਅੱਗ 'ਚ ਬੜੇ ਜੀਵ ਸੜਦੇ ਨੇ, ਜੰਗਲ ਦੇ ਜਾਨਵਰ, ਪਸ਼ੂ ਪੰਛੀ, ਪਰ ਕਈ ਹਿਰਨ ਹੁੰਦੇ ਨੇ ਉਸ ਬਲਦੀ ਹੋਈ ਅੱਗ ਦੇ ਵਿੱਚੋਂ ਫਾਂਦ ਕੇ ਨਿਕਲਦੇ ਨੇ, ਭੱਜਦੇ ਨੇ। ਮਹਾ ਤਪਤ ਤੇ ਸਲਤਾ ਮਾਈ। ਉਸੇ ਜੰਗਲ ਵਿੱਚ ਕੋਈ ਤਲਾਬ ਵੇਖ ਕੇ, ਕੋਈ ਨਦੀ ਵੇਖ ਕੇ, ਕੋਈ ਨਹਿਰ ਵੇਖ ਕੇ ਉਹਦੇ 'ਚ ਜਾ ਕੇ ਭੱਜ ਕੇ ਛਾਲ ਮਾਰਦੇ ਨੇ। ਜਾਏ ਪਰਵੇਸ਼ੇ ਸੁਖ ਬੋ ਪਾਈ। ਬਲਦੀ ਉਸ ਅੱਗ ਦੇ ਵਿੱਚੋਂ ਜਦੋਂ ਕਿਸੇ ਨਹਿਰ 'ਚ, ਕਿਸੇ ਨਦੀ ਵਿੱਚ, ਕਿਸੇ ਤਲਾਬ ਦੇ ਪਾਣੀ ਵਿੱਚ ਉਹ ਛਾਲ ਮਾਰਦੇ ਨੇ ਤੇ ਉਹਨਾਂ ਨੂੰ ਸ਼ੀਤਲਤਾ ਮਹਿਸੂਸ ਹੁੰਦੀ ਹੈ। ਉਸ ਤਪਸ਼ ਤੋਂ ਉਹ ਰਾਹਤ ਪ੍ਰਾਪਤ ਕਰ ਲੈਂਦੇ ਨੇ, ਸੜਨ ਤੋਂ ਬਚ ਜਾਂਦੇ ਨੇ। ਤਿਮ ਜਗ ਜਲਤ ਦੇਖ ਕਰ ਤਿਆਗੇ। ਕਿਉਂ ਭਾਈ ਕਦਾਰੀ ਜੀ, ਇਸ ਜਗਤ ਨੂੰ ਸੜਦਾ ਬਲਦਾ ਵੇਖ ਕੇ ਵੀ ਇਹ ਜਗ ਸੜ ਰਿਹਾ ਹੈ,
ਵਿਸ਼ੇ ਵਿਕਾਰਾਂ ਦੀ ਅੱਗ ਬਲੀ ਹੋਈ ਹੈ, ਸਾਰੇ ਸੰਸਾਰ ਨੂੰ ਜਲਾ ਰਹੀ ਹੈ। ਮਿਲ ਸਤ ਸੰਗਤ ਸੇਵਾ ਲਾਗੇ। ਇਸ ਅੱਗ ਦੇ ਵਿੱਚੋਂ ਨਿਕਲ ਕੇ ਭੱਜ ਕੇ ਗੁਰੂ ਕੀ ਸੰਗਤ ਵਿੱਚ ਆ ਜਾਵੇ। ਗੁਰੂ ਕੀ ਸੰਗਤ ਵਗਦਾ ਦਰਿਆ ਹੈ, ਉੱਥੇ ਕੋਈ ਚੱਲ ਕੇ ਆ ਜਾਵੇ ਵਿਸ਼ਿਆਂ ਵਿਕਾਰਾਂ ਦਾ ਤਿਆਗ ਕਰਕੇ। ਸਕਲ ਵਿਕਾਰਨ ਤਪਤ ਬਿਨਾਸ਼ੇ। ਔਰ ਆ ਕੇ ਸਤ ਸੰਗਤ ਦੀ ਸੇਵਾ ਵਿੱਚ ਲੱਗ ਜਾਏ, ਉਹਦੇ ਅੰਦਰੋਂ ਸਹਿਜੇ ਸਹਿਜੇ ਵਿਸ਼ੇ ਵਿਕਾਰਾਂ ਦੀ ਤਪਸ਼ ਮਿਟਣੀ ਸ਼ੁਰੂ ਹੋ ਜਾਂਦੀ ਹੈ। ਪਹਿਲੇ ਦਿਨ ਹੀ ਨਹੀਂ ਗੱਲ ਬਣ ਜਾਣੀ, ਸਹਿਜੇ ਸਹਿਜੇ ਜਿਵੇਂ ਜਿਵੇਂ ਸਤ ਸੰਗਤ ਕਰਨਗੇ, ਸਤ ਸੰਗੀ ਬਣ ਕੇ ਸਤ ਸੰਗਤ ਨੂੰ ਸੇਵਣਗੇ, ਸਕਲ ਵਿਕਾਰਨ ਤਪਤ ਬਿਨਾਸ਼ੇ, ਤਿਵੇਂ ਉਹਨਾਂ ਦੇ ਹਿਰਦੇ ਚੋਂ ਸਾਰੇ ਵਿਕਾਰਾਂ ਦੀ ਤਪਸ਼ ਉਹ ਬਿਨਸਣੀ ਸ਼ੁਰੂ ਹੋ ਜਾਏਗੀ। ਗੁਰੂ ਅੰਗਦ ਦੇਵ ਸਾਹਿਬ ਜੀ ਸਤ ਸੰਗਤ ਦੀ ਮਹਿਮਾ ਦੱਸ ਰਹੇ ਨੇ ਕਿ ਇਹ ਵੱਡੀ ਮਹਿਮਾ ਹੈ ਸਾਧ ਸੰਗਤ ਦੀ, ਕਿ ਸੰਗਤ ਕਰਦਿਆਂ ਸਹਿਜੇ ਸਹਿਜੇ ਵਿਕਾਰ ਬਿਨਸਦੇ ਨੇ, ਇਹਨਾਂ ਦਾ ਵਿਨਾਸ਼ ਹੁੰਦਾ ਹੈ। ਹਾਂਜੀ, ਸੀਤਲਤਾ ਗੁਰ ਸ਼ਬਦ ਪ੍ਰਕਾਸ਼ੇ। ਸਤਿਗੁਰਾਂ ਦੇ ਸ਼ਬਦ ਦੀ ਸ਼ੀਤਲਤਾ, ਗੁਰੂ ਕੇ ਸ਼ਬਦ ਦੀ ਠੰਡ, ਉਹ ਇਸ ਤਪਦੇ ਬਲਦੇ ਹਿਰਦੇ ਵਿੱਚ ਵਰਤਦੀ ਹੈ। ਗੁਰਬਾਣੀ ਕੋ ਕਰਤ ਵਿਚਾਰਨ। ਜਿਹੜੇ ਗੁਰਸਿੱਖ ਗੁਰੂ ਕੀ ਸੰਗਤ ਵਿੱਚ ਆ ਕੇ ਗੁਰਬਾਣੀ ਨੂੰ ਵਿਚਾਰਦੇ ਹਨ, ਗਿਆਨ ਸੀਤਲੈ ਮੋਹ ਨਿਵਾਰਨ। ਉਹਨਾਂ ਨੂੰ ਗਿਆਨ ਦੀ ਠੰਡ ਪ੍ਰਾਪਤ ਹੁੰਦੀ ਹੈ ਔਰ ਮੋਹ ਦੀ ਤਪਸ਼ ਉਹਨਾਂ ਦੇ ਹਿਰਦੇ ਚੋਂ ਬਿਨਸ ਜਾਂਦੀ ਹੈ। ਸੁਨ ਕਰ ਗੁਰ ਉਪਦੇਸ਼ ਕਿਦਾਰੀ। ਭਾਈ ਕਦਾਰੀ ਜੀ ਨੇ ਸਤਿਗੁਰੂ ਜੀ ਦਾ ਇਹ ਪਵਿੱਤਰ ਉਪਦੇਸ਼ ਸਰਵਣ ਕੀਤਾ। ਦ੍ਰਿੜ ਕੀਨਸ ਉਰ ਬੋ ਨਿਰਤਾਰੀ। ਇਸ ਉਪਦੇਸ਼ ਨੂੰ ਆਪਣੇ ਹਿਰਦੇ 'ਚ ਦ੍ਰਿੜ ਕਰਕੇ, ਇਹਨੂੰ ਨਿਰਧਾਰਤ ਕਰਕੇ ਹਿਰਦੇ 'ਚ ਵਸਾਇਆ। ਦੀਪਾ ਅਪਰ ਨਾਰਾਇਣ ਦਾਸ। ਮਹਾਰਾਜ ਜੀ ਦੇ ਸੇਵਕ ਨੇ ਭਾਈ ਦੀਪਾ ਜੀ ਔਰ ਦੂਸਰੇ ਨੇ ਭਾਈ ਨਾਰਾਇਣ ਦਾਸ ਜੀ। ਬੂਲੇ ਸਹਿਤ ਆਏ ਗੁਰ ਪਾਸ। ਤੀਜੇ ਨੇ ਭਾਈ ਬੂਲਾ ਜੀ। ਇਹ ਤਿੰਨ ਸਿੱਖ ਮਹਾਰਾਜ ਜੀ ਦੀ ਸ਼ਰਨ ਚੱਲ ਕੇ ਆਏ। ਭਾਈ ਦੀਪਾ ਜੀ, ਭਾਈ ਨਾਰਾਇਣ ਦਾਸ ਜੀ ਔਰ ਭਾਈ ਬੂਲਾ ਜੀ। ਬੰਧਨ ਕਰ ਪਾਖੀ ਅਰਦਾਸ। ਸਤਿਗੁਰਾਂ ਦੇ ਚਰਨਾਂ ਤੇ ਬੰਦਨਾ ਕਰਕੇ ਸਨਿਮਰ ਭਾਵ ਨਾਲ ਇਹਨਾਂ ਤਿੰਨਾਂ ਸਿੱਖਾਂ ਨੇ ਬੇਨਤੀ ਕੀਤੀ, ਜਨਮ ਮਰਨ ਦੁਖ ਦੇਉ ਬਿਨਾਸ਼। ਮਹਾਰਾਜ ਸਾਡਾ ਜਨਮ ਤੇ ਮਰਨ ਦਾ ਦੁੱਖ ਕੱਟ ਦਿਓ, ਸਾਡੇ ਜਨਮ ਮਰਨ ਦੀ ਨਿਰਵਿਰਤੀ ਕਰ ਦੇਵੋ। ਸ੍ਰੀ ਅੰਗਦ ਉਪਦੇਸ਼ ਬਤਾਇਓ। ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਇਹਨਾਂ ਨੂੰ ਉਪਦੇਸ਼ ਦਿੱਤਾ। ਕਰੋ ਭਗਤ ਜੇ ਇਮ ਉਰ ਪਾਇਓ। ਪਾਤਸ਼ਾਹ ਕਹਿੰਦੇ ਜੇ ਜਨਮ ਮਰਨ ਦੀ ਨਿਰਵਿਰਤੀ ਚਾਹੀਦੀ ਹੈ ਤਾਂ ਫਿਰ ਪਰਮੇਸ਼ਰ ਦੀ ਭਗਤੀ ਕਰੋ। ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਜਨਮ ਤੇ ਮਰਨ ਤੋਂ ਮੁਕਤ ਹੋ ਜਾਈਏ, ਬੜਾ ਵੱਡਾ ਦੁੱਖ ਹੈ ਜਨਮ ਤੇ ਮਰਨ। ਪਾਤਸ਼ਾਹ ਕਹਿੰਦੇ, ਹੇ ਪ੍ਰਭੂ ਦਇਆ ਕਰੋ ਸਾਡੇ ਤੇ, ਸਾਡਾ ਜਨਮ ਮਰਨ ਨਿਵਾਰ ਦਿਓ। ਪ੍ਰਭ ਜਨਮ ਮਰਨ ਨਿਵਾਰ, ਹਾਰ ਪਰਿਓ ਦੁਆਰ। ਮਹਾਰਾਜ ਜੀ ਅਸੀਂ ਤੁਹਾਡੇ ਦੁਆਰ ਦੀ ਸ਼ਰਨ ਆ ਪਏ ਹਾਂ, ਸਾਡਾ ਜਨਮ ਮਰਨ ਨਿਵਾਰ ਦਿਓ। ਐਸੇ ਅਨੇਕਾਂ ਹੀ ਜਨਮ ਹਨ, ਹੁਣ ਤੱਕ ਪਤਾ ਨਹੀਂ ਕਿਤਨੇ ਕਿ ਜਨਮਾਂ ਦੀ ਯਾਤਰਾ ਤੋਂ ਗੁਜ਼ਰ ਕੇ ਆਏ ਹਾਂ। ਇਹਨੂੰ ਆਵਾਗੌਣ ਕਹਿੰਦੇ ਆ, ਜਨਮ ਮਰਨ ਕਹਿੰਦੇ ਆ। ਹੁਣ ਤਾਂ ਸਾਇੰਸ ਨੇ ਵੀ ਇਹ ਸਿੱਧ ਕਰ ਦਿੱਤਾ ਵੀ ਪਿਛਲੇ ਜਨਮਾਂ ਵਿੱਚੋਂ ਹੀ ਚੱਲ ਕੇ ਮਨੁੱਖ ਆਇਆ। 1968 ਵਿੱਚ ਦਿੱਲੀ ਵਿੱਚ ਇੱਕ ਐਸਾ, ਇਧਰ ਹਰਿਆਣੇ ਵਿੱਚ ਇੱਕ ਬੱਚਾ ਜਨਮਿਆ। 4-5 ਬਰਸ ਦੀ ਉਹਦੀ ਉਮਰ ਹੋਈ। ਉਹ ਆਪਣੇ ਪਿਛਲੇ ਜਨਮ ਬਾਰੇ ਦੱਸਣ ਲੱਗਾ। ਬਕਾਇਦਾ ਉਸ ਵੇਲੇ ਇੱਕ ਡਾਕਟਰਾਂ ਦਾ ਪੈਨਲ ਬਣਿਆ ਵੀ ਵੇਖਣ ਵਾਸਤੇ ਕਿ ਆਮ ਕਰਕੇ ਬੱਚਿਆਂ ਨੂੰ ਘਰ ਦੇ ਲੋਕ ਜਿਹੜੇ ਨੂੰ ਸਿਖਾ ਦਿੰਦੇ ਆ, ਬਹੁਤ ਸਾਰੀ ਟ੍ਰੇਨਿੰਗ ਦੇ ਦਿੰਦੇ ਆ ਵੀ ਤੁਸੀਂ ਇਦਾਂ ਦੀਆਂ ਗੱਲਾਂ ਕਰੋ। ਤੋ ਇਸ ਪ੍ਰਕਾਰ ਨਾਲ ਉਸ ਬੱਚੇ ਦਾ ਉਹਨਾਂ ਨੇ ਪੈਨਲ ਬਣਾ ਕੇ ਪੜਚੋਲ ਕੀਤੀ। ਵੇਖਿਆ ਵੀ ਇਹ ਬਾਲਕ ਗੱਲਬਾਤ ਕਰਨ ਵੇਲੇ ਘਬਰਾਇਆ ਨਹੀਂ, ਜਾਣ ਕੇ ਉਲਟੇ ਸਵਾਲ ਕੀਤੇ ਉਸ ਬੱਚੇ ਨੂੰ ਵੀ ਜੇ ਤਾਂ ਘਰਦਿਆਂ ਨੇ ਟ੍ਰੇਨਿੰਗ ਦਿੱਤੀ ਹੋਈ ਤੇ ਇੱਕਦਮ ਘਬਰਾ ਜਾਏਗਾ, ਸਵਾਲ ਜਵਾਬ ਉਹਦੇ ਵਿੱਚ ਉਲਝ ਜਾਏਗਾ, ਪਰ ਉਲਝਿਆ ਨਹੀਂ।
ਜਿਵੇਂ ਜਿਵੇਂ ਗੱਲਾਂ ਕਰਦਿਆਂ ਉਹਨੂੰ ਦਿੱਲੀ ਲੈ ਕੇ ਗਏ। ਉਹਨੇ ਦੱਸਿਆ ਵੀ ਦਿੱਲੀ ਵਿੱਚ ਮੇਰਾ ਜਨਮ ਹੋਇਆ। ਉਹਨਾਂ ਨੇ ਰੇਲਵੇ ਸਟੇਸ਼ਨ ਤੋਂ ਜਾ ਕੇ ਇੱਕ ਰਿਕਸ਼ੇ ਵਿੱਚ ਉਹਨੂੰ ਬਿਠਾਇਆ ਔਰ ਆਪ ਉਹਦੇ ਪਿੱਛੇ ਪਿੱਛੇ ਚੱਲ ਪਏ। ਉਹ ਰਿਕਸ਼ੇ ਵਾਲੇ ਨੂੰ ਦੱਸਦਾ ਚਲਾ ਗਿਆ ਵੀ ਇੱਧਰ ਇੱਧਰ ਸੱਜੇ ਖੱਬੇ ਮੁੜਨਾ। ਜਦੋਂ ਚੱਲ ਕੇ ਇੱਕ ਜਗ੍ਹਾ ਤੇ ਆ ਕੇ ਰੁਕ ਗਿਆ, ਅੱਗੇ ਉਹਨੂੰ ਪਤਾ ਨਾ ਲੱਗੇ ਵੀ ਕਿੱਥੇ ਜਾਣਾ। ਫਿਰ ਉਹ ਡਾਕਟਰ ਪਿੱਛੇ ਪਹੁੰਚੇ। ਉਹਨਾਂ ਨੇ ਆ ਕੇ ਪੁੱਛਿਆ ਵੀ ਜਿੱਥੇ ਆ ਕੇ ਖੜਾ ਹੈ ਕਿ ਇੱਥੇ ਕੋਈ ਚੇਂਜ ਹੋਈ ਹੈ ਪਿਛਲੇ ਕੁਝ ਸਾਲਾਂ ਵਿੱਚ, ਕੁਝ ਇੱਥੇ ਦਾ ਬਦਲਿਆ ਹੈ? ਉਹ ਕਹਿਣ ਲੱਗੇ ਹਾਂ ਵੀ ਇੱਥੇ ਇੱਕ ਛੱਤਾ ਹੁੰਦਾ ਸੀ ਪਹਿਲਾਂ, ਉਹ ਢਾਹ ਕੇ ਦੁਬਾਰਾ ਇੱਥੇ ਥੋੜਾ ਜਿਹਾ ਨਵੀਨੀਕਰਨ ਹੋਇਆ। ਫਿਰ ਉਸ ਬੱਚੇ ਨੂੰ ਕਹਿਣ ਲੱਗੇ ਵੀ ਇੱਥੇ ਛੱਤਾ ਸੀ ਵੀ ਹੁਣ ਇੱਥੋਂ ਅੱਗੇ ਚੱਲ। ਫਿਰ ਉਹ ਅੱਗੇ ਚੱਲਦਾ ਚੱਲਦਾ ਇੱਕ ਮੰਦਿਰ ਵਿੱਚ ਪਹੁੰਚਿਆ। ਉੱਥੇ ਇੱਕ ਪੁਜਾਰੀ ਬੈਠਾ, ਜਾ ਕੇ ਭੱਜ ਕੇ ਉਸ ਪੁਜਾਰੀ ਦੀ ਗੋਦ 'ਚ ਬੈਠ ਗਿਆ। ਪੁਜਾਰੀ ਵੇਖ ਕੇ ਹੈਰਾਨ ਸੀ ਵੀ ਤੂੰ ਕੌਣ? ਉਹਨੇ ਦੱਸਿਆ ਵੀ ਮੈਂ ਫਲਾਣਾ। ਉਹਨੇ ਪਹਿਚਾਣ ਲਿਆ ਵੀ ਇਹ ਤਾਂ ਉਹੀ ਬਾਲਕ ਹੈ ਜੋ ਪਿਛਲੇ ਜਨਮ ਵਿੱਚ ਕੇਵਲ 25-26 ਵਰਸ ਦੀ ਆਯੂ ਵਿੱਚ ਹੀ ਪ੍ਰਾਣ ਤਿਆਗ ਗਿਆ ਸੀ। ਕਰੰਟ ਲੱਗਣ ਕਰਕੇ ਕੋਈ ਐਸੀ ਘਟਨਾ ਘਟੀ ਕਿ ਇਹਨੇ ਆਪਣੀ ਜੀਵਨ ਲੀਲਾ ਸਮਾਪਤ ਹੋ ਗਈ ਸੀ ਇਸ ਦੀ। ਫਿਰ ਉਹਨਾਂ ਨੇ ਘਰ ਵੀ ਆਪਣੇ ਆਪ ਪਹੁੰਚੇ, ਆਪਣੇ ਮਾਂ-ਬਾਪ ਦੀ ਪਹਿਚਾਣ ਕਰਨ ਵਾਸਤੇ। ਜਦੋਂ ਘਰ ਗਏ ਉੱਥੇ ਉਹ ਘਰ ਵਿੱਚ ਨਹੀਂ ਸੀ। ਉਹ ਜਗ੍ਹਾ ਛੱਡ ਕੇ ਦਿੱਲੀ ਤੋਂ ਆਪਣੇ ਪਿੰਡ 'ਚ ਰਹਿਣ ਲੱਗ ਪਏ ਸਨ। ਪਿੰਡ ਗਿਆ, ਪਿੰਡ ਜਾ ਕੇ ਆਪਣੇ ਮਾਂ-ਬਾਪ ਦੀ ਪਹਿਚਾਣ ਕਰ ਲਈ। ਉਹਨਾਂ ਨੇ ਤਸਵੀਰ ਨਹੀਂ ਵਿਖਾਈ ਕਿ ਤਸਵੀਰ ਤੋਂ ਤਾਂ ਇਹ ਕੋਈ ਵੀ ਅੰਦਾਜ਼ਾ ਲਾ ਲਵੇਗਾ। ਉਹਨਾਂ ਦੇ ਵਿੱਚ ਸਾਰਿਆਂ ਵਿੱਚ ਖਿੰਡ ਕੇ ਉਹਨਾਂ ਨੂੰ ਪਹਿਚਾਣ ਲਿਆ ਜਦੋਂ, ਤੇ ਬਾਅਦ ਵਿੱਚ ਉਹ ਆਖਣ ਵੀ ਇਹ ਤਾਂ ਸਾਡਾ ਬੱਚਾ ਦੁਬਾਰਾ ਸਾਡੇ ਘਰ ਆ ਗਿਆ। ਉਹ ਦੇਣ ਨਾ ਜਿਹੜੇ ਉਹਦੇ ਹੋਣ ਵਾਲੇ ਇਸ ਜਨਮ ਦੇ ਮਾਂ-ਬਾਪ ਸਨ, ਉਹ ਆਖਣ ਵੀ ਸਾਡਾ ਉੱਥੇ ਕਾਫੀ ਘਮਾਸਾਨ ਹੋਇਆ। ਅਖੀਰ ਕਾਨੂੰਨ ਨੇ ਫੈਸਲਾ ਕੀਤਾ ਵੀ ਇਹ ਠੀਕ ਹੈ ਪਿਛਲੇ ਜਨਮ 'ਚ ਤੁਹਾਡਾ ਸੀ, ਪਰ ਕਾਨੂੰਨੀ ਪ੍ਰਕਿਰਿਆ ਮੁਤਾਬਕ ਹੁਣ ਇਹਦਾ ਤੁਹਾਡੇ ਨਾਲ ਕੋਈ ਸਬੰਧ ਨਹੀਂ, ਦਾ ਜਨਮ ਫਲਾਣੇ ਨਗਰ 'ਚ ਹੋਇਆ। ਤੋ ਇਸ ਪ੍ਰਕਾਰ ਨਾਲ ਪੂਰਬਲੇ ਜਨਮਾਂ ਦੀਆਂ ਬਹੁਤ ਸਾਰੀਆਂ ਵਿਥਿਆਵਾਂ, ਉਸ ਵੇਲੇ 2-3 ਘਟਨਾਵਾਂ ਇਹ ਵਰਤੀਆਂ ਸਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਉਸ ਜਨਮ ਮਰਨ ਦੀ ਬਾਤ ਕਰਦੇ ਐ। ਉਹ ਕਹਿੰਦੇ ਕਿਵੇਂ ਹੋ ਗਿਆ? ਉਹਨਾਂ ਡਾਕਟਰਾਂ ਨੇ ਫਿਰ ਅੰਦਾਜ਼ਾ ਲਾਇਆ ਤਰੀਕਾਂ ਵੀ, ਕਿਸ ਤਰੀਕ ਨੂੰ ਮਰਿਆ, ਕਿੰਨੇ ਚਿਰ ਬਾਅਦ ਉਹਦਾ ਜਨਮ ਹੋਇਆ। ਠੀਕ 10 ਮਹੀਨਿਆਂ ਬਾਅਦ, ਜਿਸ ਤਰੀਕ ਨੂੰ ਮਰਿਆ 10 ਮਹੀਨਿਆਂ ਬਾਅਦ ਉਸ ਬੱਚੇ ਦਾ ਅਗਲਾ ਜਨਮ ਹੋਇਆ। ਐਸਾ ਉਹਨਾਂ ਨੇ ਸਿੱਧ ਕੀਤਾ। ਜਦੋਂ ਕੋਈ ਸਿੱਧਾ ਵਿਚਕਾਰ ਕੋਈ ਜਨਮ ਨਹੀਂ ਆਉਂਦਾ, ਉਸ ਜਨਮ ਤੋਂ ਅੱਗੇ ਦੂਸਰਾ ਜਨਮ ਪ੍ਰਾਪਤ ਹੋ ਜਾਂਦਾ, ਉਹਦੇ ਅੰਦਰ ਫਿਰ ਪਿਛਲੇ ਜਨਮ ਦੀ ਸਿਮਰਤੀ ਰਹਿ ਜਾਂਦੀ ਹੈ। ਅਗਰ ਉਸ ਜਨਮ ਨੂੰ ਤਿਆਗਣ ਤੋਂ ਬਾਅਦ ਉਹ 2-4 ਹੋਰ ਜੂਨੀਆਂ ਵਿੱਚ ਕਿਤੇ ਭਟਕਿਆ, ਕਿਤੇ ਕੂਕਰ ਸੂਕਰ ਦੀ ਜੂਨੀ ਵਿੱਚ, ਫਿਰ ਜਾ ਕੇ ਫਿਰ ਉਹ ਸਾਰੀਆਂ ਸਿਮਰਤੀਆਂ ਜਿਹੜੀਆਂ ਨੇ ਭੁੱਲਦੀਆਂ ਚਲੀਆਂ ਜਾਂਦੀਆਂ ਨੇ। ਤੋ ਸ਼ੁੱਧ ਅੰਤਸ਼ ਕਰਨ ਵਾਲੇ ਸਾਧਕ ਜਿਵੇਂ ਜਿਵੇਂ ਆਪਣੇ ਅੰਤःਕਰਨ ਨੂੰ ਸ਼ੁੱਧ ਕਰ ਲੈਂਦੇ ਆ, ਉਹ ਆਪਣੇ ਪੂਰਬਲੇ ਜਨਮਾਂ ਦੀ ਸਾਰੀ ਸੋਝੀ ਨੂੰ ਵੇਖ ਕੇ ਅਕਾਲ ਪੁਰਖ ਅੱਗੇ ਭੈ ਭੀਤ ਹੋ ਕੇ ਬੇਨਤੀਆਂ ਕਰਦੇ ਨੇ, ਹੇ ਪ੍ਰਭੂ ਆ ਇੱਕ ਦੁੱਖ ਕਿਰਪਾ ਕਰਕੇ ਸਾਡਾ ਕੱਟ ਦਿਓ, ਜਿਹੜਾ ਬਾਰ-ਬਾਰ ਅੱਗ 'ਚ ਸੜਨਾ ਪੈਂਦਾ ਤੇ ਬਾਰ-ਬਾਰ ਜੰਮਣਾ ਪੈਂਦਾ। ਇਹ ਦੁੱਖ ਬੜਾ ਭਿਆਨਕ ਹੈ। ਮਹਾਰਾਜ ਕਿਰਪਾ ਕਰੋ ਸਾਡਾ ਇਹ ਜਨਮ ਮਰਨ ਕੱਟਿਆ ਜਾਵੇ। ਧੰਨ ਗੁਰੂ ਅੰਗਦ ਦੇਵ ਸਾਹਿਬ ਫਰਮਾਉਂਦੇ, ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਇਹ ਜਨਮ ਮਰਨ ਕੱਟਿਆ ਜਾਵੇ ਤਾਂ ਫਿਰ ਪ੍ਰਭੂ ਦੀ ਪਰਮੇਸ਼ਰ ਦੀ ਭਗਤੀ ਵਿੱਚ ਲੱਗ ਜਾਓ। ਹਾਂਜੀ। ਕਹਿਣ ਲਗੇ ਹਮ ਭਗਤ ਨ ਜਾਣੇ। ਅੱਗੋਂ ਭਾਈ ਸਾਹਿਬ, ਭਾਈ ਨਰੈਣ ਦਾਸ ਤੇ ਭਾਈ ਦੀਪਾ ਤੇ ਭਾਈ ਬੂਲਾ ਜੀ ਨੇ ਬੇਨਤੀ ਕੀਤੀ, ਮਹਾਰਾਜ ਸਾਨੂੰ ਤਾਂ ਭਗਤੀ ਦਾ ਵੀ ਨਹੀਂ ਪਤਾ ਵੀ ਭਗਤੀ ਕੀ ਹੁੰਦੀ ਹੈ। ਆਪ ਜੀ ਕਹਿੰਦੇ ਹੋ ਭਗਤੀ ਕਰੋ, ਸਾਨੂੰ ਤਾਂ ਮਹਾਰਾਜ ਜੀ ਭਗਤੀ ਦਾ ਵੀ ਗਿਆਨ ਨਹੀਂ। ਕਿਮ ਸਰੂਪ ਕੈਸੀ ਕਰ ਠਾਨੇ। ਆਪ ਜੀ ਕਿਰਪਾ ਕਰਕੇ ਸਾਨੂੰ ਭਗਤੀ ਦਾ ਸਵਰੂਪ ਦੱਸੋ ਕਿ ਭਗਤੀ ਦਾ ਸਵਰੂਪ ਕੀ ਹੈ ਔਰ ਅਸੀਂ ਉਸ ਭਗਤੀ ਨੂੰ ਕਿਵੇਂ ਆਪਣੇ ਹਿਰਦੇ 'ਚ ਗ੍ਰਹਿਣ ਕਰੀਏ। ਸ਼੍ਰੀ ਗੁਰ ਬਰਨਨ ਕੀਨ ਸਿਖਾਈ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਫਿਰ ਉਹਦਾ ਵਰਣਨ ਕੀਤਾ, ਸਿਖਾਇਆ। ਬ੍ਰਹਮ ਸਵਲ ਮਾਇਆ ਜਗ ਜਾਈ। ਕਹਿਣ ਲੱਗੇ ਸੁਣੋ ਭਾਈ ਨਰੈਣ ਦਾਸ ਜੀ, ਬ੍ਰਹਮ ਮਾਇਆ ਸਬਲ ਹੈ,
ਉਹ ਬ੍ਰਹਮ ਅਕਾਲ ਪੁਰਖ ਜੋ ਮਾਇਆ ਸਬਲ ਸਾਰੇ ਜਗਤ ਦਾ ਸਾਈ ਹੈ, ਸਾਰੇ ਜਗਤ ਦੀ ਰਚਨਾ ਕਰਨ ਵਾਲਾ ਹੈ। ਹੁਕਮ ਪਰਮੇਸ਼ਰ ਕੋ ਤਿਨ ਪਾਇਓ, ਉਸ ਅਕਾਲ ਪੁਰਖ ਪਰਮੇਸ਼ਰ ਦਾ ਹੁਕਮ ਪ੍ਰਾਪਤ ਕਰਕੇ ਆਪਣੇ ਮੈਂ ਸਭ ਜਗ ਪਰਮਾਇਓ। ਇਸ ਮਾਇਆ ਨੇ ਸਾਰੇ ਜਗਤ ਨੂੰ ਆਪਣੇ ਚ ਭਰਮਾ ਲਿਆ। ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਇਹ ਮਾਇਆ ਚੱਲ ਰਹੀ ਹੈ ਨਾ, ਇਹ ਮਾਇਆ ਚੋਸੇ ਦੀ ਚੇਤਨਾ ਹੈ, ਔਰ ਇਸ ਮਾਇਆ ਨੇ ਸਾਰੇ ਸੰਸਾਰ ਨੂੰ ਆਪਣੇ ਵਿੱਚ ਭਰਮਾ ਲਿਆ ਹੋਇਆ ਹੈ। ਬਹੁਰ ਪ੍ਰਭੂ ਨੇ ਚਤਰ ਉਪਾਏ, ਇਸ ਮਾਇਆ ਦੇ ਉਲਝੇਵੇਂ ਚੋਂ ਨਿਕਲਣ ਲਈ, ਇਹਦੇ ਜੰਜਾਲ ਤੋਂ ਬਚਣ ਲਈ ਇਹਦੇ 4 ਸਾਧਨ ਨੇ ਮਹਾਂਪੁਰਸ਼ਾਂ ਨੇ ਦੱਸੇ। ਜਿਨ ਤੇ ਮਿਲੇ ਮੋਹ ਕੋ ਆਏ, ਕਹਿੰਦੇ ਜਿਨ੍ਹਾਂ 4 ਸਾਧਨਾਂ ਦੁਆਰਾ ਪਰਮੇਸ਼ਰ ਕਹਿੰਦਾ ਵੀ ਇਹ ਜੀਵ ਮੈਨੂੰ ਮਿਲ ਸਕਦਾ ਹੈ, ਉਹ 4 ਸਾਧਨ ਨੇ ਇਸ ਮਾਇਆ ਵਿੱਚੋਂ ਨਿਕਲਣ ਦੇ। ਇੱਕ ਬੈਰਾਗ, ਜੋਗ ਅਰ ਗਿਆਨ। ਇੱਕ ਹੈ ਵੈਰਾਗ, ਦੂਸਰਾ ਹੈ ਯੋਗ, ਤੀਸਰਾ ਹੈ ਗਿਆਨ, ਚੌਥੀ ਉਪਜੀ ਭਗਤ ਮਹਾਨ। ਔਰ ਚੌਥੀ ਹੈ ਭਗਤੀ, ਜਿਹੜੀ ਇਹਨਾਂ ਸਾਰਿਆਂ ਵਿੱਚੋਂ ਸ੍ਰੇਸ਼ਟ ਹੈ। 4 ਸਾਧਨ ਦੱਸੇ ਨੇ ਪ੍ਰਭੂ ਪ੍ਰਾਪਤੀ ਦੇ। ਪਹਿਲਾ ਵੈਰਾਗ, ਵੀ ਨਿਰਚਾਵਾਨ ਹੋ ਜਾਣਾ, ਕਿਸੇ ਵਸਤੂ ਦੀ ਕਾਂਖਾ ਹੀ ਨਾ ਹੋਣੀ ਨੂੰ ਵੈਰਾਗ ਕਹਿੰਦੇ ਆ। ਕੱਲ ਵੀ ਮੈਂ ਬੇਨਤੀ ਕੀਤੀ ਸੀ, ਇੱਕ ਤਿਆਗ ਹੈ, ਦੂਸਰਾ ਵੈਰਾਗ ਹੈ, ਤੀਸਰਾ ਉਪਰਤੀ ਹੈ। ਤਿਆਗ, ਗੁਰੂ ਨੇ ਹੁਕਮ ਕੀਤਾ ਵੀ ਇਹ ਚੀਜ਼ ਨਹੀਂ ਖਾਣੀ, ਅਸੀਂ ਨਹੀਂ ਖਾਧੀ, ਪਰ ਮਨ ਵਿੱਚ ਇੱਛਾ ਬਣੀ ਰਹੀ। ਸਰੀਰ ਕਰਕੇ ਤਾਂ ਤਿਆਗ ਦਿੱਤੀ, ਉਹ ਤਾਂ ਹੋ ਗਿਆ ਤਿਆਗ, ਪਰ ਮਨ ਕਰਕੇ ਇੱਛਾ ਬਣੀ ਰਹੀ, ਇਸ ਕਰਕੇ ਪੂਰਨ ਤੌਰ ਤੇ ਨਹੀਂ ਤਿਆਗੀ। ਜਦੋਂ ਕੋਈ ਉਹੀ ਵਸਤੂ ਕੋਲ ਪਈ ਹੈ, ਤੁਹਾਡੇ ਮਨ 'ਚ ਸੰਕਲਪ ਹੀ ਨਾ ਹੋਵੇ ਉਸ ਨੂੰ ਖਾਣ ਦਾ, ਉਹਨੂੰ ਕਹਿੰਦੇ ਨੇ ਵੈਰਾਗ। ਇੱਛਾ ਹੀ ਨਾ ਹੋਵੇ, ਕੇਵਲ ਤਨ ਕਰਕੇ ਤਿਆਗੀ ਆ, ਮਨ ਕਰਕੇ ਨਹੀਂ ਤਿਆਗੀ, ਉਹਨੂੰ ਵੈਰਾਗ ਨਹੀਂ ਕਿਹਾ। ਉਹ ਕੱਲਾ ਤਿਆਗ ਹੋ ਸਕਦਾ ਜਿਹੜਾ ਸਰੀਰ ਕਰਕੇ ਤਿਆਗਿਆ। ਵੈਰਾਗ ਉਹ ਹੈ ਕਿ ਉਸ ਵਸਤੂ ਦੇ ਕੋਲ ਹੁੰਦਿਆਂ ਉਹਨੂੰ ਖਾਣ ਦੀ ਇੱਛਾ ਹੀ ਨਾ ਹੋਣੀ, ਕਾਂਖਾ ਹੀ ਨਾ ਹੋਣੀ, ਉਹਨੂੰ ਵੈਰਾਗ ਕਹਿੰਦੇ ਆ। ਔਰ ਤੀਸਰੀ ਹੈ ਉਪਰਤੀ, ਕਿ ਉਸ ਵਸਤੂ ਦਾ ਭਾਵ ਹੀ ਨਾਸ ਹੋ ਜਾਣਾ, ਕਿ ਉਹਦੇ ਬਾਰੇ ਇਹ ਸਮਝਣਾ ਵੀ ਹੈ ਹੀ ਨਸ਼ਵਰ, ਅਭਾਵ ਹੈ ਹੀ ਨਹੀਂ, ਜੋ ਹੈ ਹੀ ਨਹੀਂ ਉਹਦੇ ਭੋਗਣ ਦੀ ਇੱਛਾ ਹੀ ਨਾ ਹੋਣੀ, ਉਹਨੂੰ ਉਪਰਤੀ ਕਹਿੰਦੇ ਆ। ਮਹਾਰਾਜ ਜੀ ਕਹਿੰਦੇ ਜਿਹੜੇ 4 ਸਾਧਨ ਦੱਸੇ ਨੇ, ਉਹਨਾਂ 4 ਸਾਧਨਾਂ ਵਿੱਚੋਂ ਪਹਿਲਾ ਹੈ, ਪ੍ਰਥਮ ਹੈ ਵੈਰਾਗ, ਦੂਸਰਾ ਹੈ ਗਿਆਨ, ਤੀਸਰਾ ਹੈ ਯੋਗ, ਔਰ ਚੌਥੀ ਹੈ ਭਗਤੀ। ਗਿਆਨ, ਵਿਰਾਗ, ਜੋਗ, ਸ਼ੁਭ ਤੀਨ। ਜਿਹੜਾ ਗਿਆਨ ਹੈ, ਫਿਰ ਵੈਰਾਗ ਹੈ, ਔਰ ਜਿਹੜਾ ਯੋਗ ਹੈ, ਜਿਹੜੇ ਸ਼ੁਭ 3 ਹਨ। ਪੁਰਖ ਰੂਪ ਇਨ ਕੋ ਮਨ ਚੀਨ। ਸਮਝਣ ਵਾਸਤੇ ਕਿਸੇ ਪ੍ਰਕਾਰ ਨੂੰ ਸਮਝਣ ਲਈ ਕੋਈ ਨਾ ਕੋਈ ਤਰੀਕਾ ਤਾਂ ਅਪਣਾਉਣਾ ਪੈਣਾ। ਕਹਿੰਦੇ ਸਮਝਣ ਵਾਸਤੇ ਉਹ ਸਮਝ ਲਓ ਵੀ ਜਿਹੜਾ ਵੈਰਾਗ ਹੈ, ਗਿਆਨ ਹੈ ਔਰ ਯੋਗ ਹੈ, ਇਹ ਤਿੰਨੇ ਨੇ ਨਰ ਪੁਰਖ। ਜਿਵੇਂ ਨਰ ਮਦੀਨ ਹੁੰਦੇ ਆ ਨਾ, ਪੁਰਖ ਇਸਤਰੀ, ਕਹਿੰਦੇ ਇਹ ਤਿੰਨੇ ਪੁਰਖ ਨੇ, ਤਿੰਨੇ ਨਰ ਹਨ। ਮਾਇਆ ਲੈ ਇਨ ਕੋ ਪਰਮਾਏ। ਹੁਣ ਜਿਹੜੀ ਮਾਇਆ ਹੈ ਉਹ ਹੈ ਇਸਤਰੀ। ਹੁਣ ਇਸਤਰੀ ਪੁਰਖ ਨੂੰ ਭਰਮਾ ਸਕਦੀ ਹੈ। ਮਾਇਆ ਰੂਪੀ ਇਸਤਰੀ ਵੱਡੇ ਵੱਡੇ ਯੋਗੀਆਂ ਨੂੰ ਵੀ ਭਰਮਾ ਲੈਂਦੀ ਹੈ। ਬੜੇ ਬੜੇ ਯੋਗੀ ਮਛੰਦਰ ਨਾਥ ਵਰਗੇ ਭਰਮ ਗਏ, ਮਾਇਆ ਨੇ ਭਰਮਾ ਲਏ। ਇਹ ਮਾਇਆ ਰੂਪੀ ਇਸਤਰੀ ਵੱਡੇ ਵੱਡੇ ਗਿਆਨੀਆਂ ਨੂੰ ਵੀ ਭਰਮਾ ਲੈਂਦੀ ਹੈ। ਵੱਡੇ ਵੱਡੇ ਗਿਆਨੀ, ਉਹ ਇੰਨਾ ਜ਼ਿਆਦਾ ਉਹਨਾਂ ਦਾ ਪਤਨ ਹੋ ਜਾਂਦਾ ਇਸ ਮਾਇਆ ਦੇ ਭਰਮ ਵਿੱਚ ਪੈ ਕੇ, ਕਿ ਲੋਕ ਉਹਨਾਂ ਨੂੰ ਲਾਹਨਤਾਂ ਪਾਉਂਦੇ, ਧਰਕਾਰਾਂ ਪਾਉਂਦੇ। ਫਿਰ ਇਹ ਮਾਇਆ ਵੱਡੇ ਵੱਡੇ ਵੈਰਾਗੀਆਂ ਦੇ ਹਿਰਦਿਆਂ ਵਿੱਚ ਵੀ ਆਪਣਾ ਪ੍ਰਭਾਵ ਪਾ ਲੈਂਦੀ ਹੈ। ਜਿਹੜੇ ਵੈਰਾਗੀ ਹੁੰਦੇ ਆ, ਉਹਨਾਂ ਅੰਦਰ ਵੀ ਆਪਣਾ ਪ੍ਰਭਾਵ। ਕੋਈ ਵਿਰਲਾ ਵੈਰਾਗੀ ਪਹੁੰਚਿਆ, ਕੋਈ ਵਿਰਲਾ ਯੋਗੀ ਪਹੁੰਚਿਆ, ਕੋਈ ਵਿਰਲਾ ਗਿਆਨੀ ਪਹੁੰਚਿਆ। ਯਾਨੀ ਕਿ ਬਹੁਤਿਆਂ ਨੂੰ ਭਰਮਾ ਲਿਆ ਇਸ ਮਾਇਆ ਨੇ। ਕਿਵੇਂ ਭਰਮਾ ਲਿਆ? ਇਹ ਤਿੰਨੇ ਨਰ ਸੀ, ਨਰਾਂ ਨੂੰ ਇਸ ਮਾਇਆ ਰੂਪੀ ਇਸਤਰੀ ਨੇ ਭਰਮਾ ਲਿਆ। ਵੱਡੇ ਯਤਨ ਤੇ ਉਬਰਿਓ ਜਾਏ। ਬਹੁਤ ਜ਼ਿਆਦਾ ਯਤਨਸ਼ੀਲ ਹੋਵੇ, ਸਾਧਕ ਹੋਵੇ,
ਉਹ ਇਸ ਤੋਂ ਉੱਭਰ ਸਕਦਾ, ਬਚ ਸਕਦਾ। ਭਗਤ ਅਹੇ ਪਤ ਬ੍ਰਤਾ ਨਾਰੀ। ਪਰ ਜਿਹੜੀ ਭਗਤੀ ਹੈ ਨਾ, ਚੌਥਾ ਸਾਧਨ, ਇਹ ਇਸਤਰੀ ਹੈ। ਇਹ ਇਉਂ ਕਹਿ ਲੋ ਵੀ ਇਹ ਪਤ ਵਰਤਾ ਇਸਤਰੀ ਹੈ। ਇਸ ਪਰ ਨੇ ਮਾਇਆ ਬਲ ਭਾਰੀ। ਹੁਣ ਮਾਇਆ ਵੀ ਇਸਤਰੀ ਹੈ, ਇਸਤਰੀ ਇਸਤਰੀ ਨੂੰ ਨਹੀਂ ਭਰਮਾ ਸਕਦੀ। ਤਿੰਨ ਪੁਰਖਾਂ ਨੂੰ ਉਹਨੇ ਜ਼ਰੂਰ ਭਰਮਾ ਲਿਆ ਮਾਇਆ ਨੇ। ਫਿਰ ਇਹ ਭਗਤੀ ਪਤ ਵਰਤਾ ਇਸਤਰੀ ਹੈ, ਇਹਨੂੰ ਮਾਇਆ ਰੂਪੀ ਇਸਤਰੀ ਨਹੀਂ ਭਰਮਾਉਂਦੀ। ਇਸ ਕਰਕੇ ਕਦੇ ਕਿਤੇ ਨਹੀਂ ਸੁਣਿਆ ਕਿ ਪਰਮੇਸ਼ਰ ਦੇ ਕਿਸੇ ਭਗਤ ਨੂੰ ਮਾਇਆ ਨੇ ਭਰਮਾ ਲਿਆ ਹੋਵੇ। ਜੇ ਉਹ ਮਾਇਆ ਮਹਾਂਪੁਰਸ਼ਾਂ ਭਗਤਾਂ ਤੇ ਆਈ ਵੀ ਤਾਂ ਭਗਤ ਜੀ ਕਹਿੰਦੇ ਮੈਂ ਕੰਨੋਂ ਨੱਕੋਂ ਕੱਟ ਕੇ ਤੋੜ ਦਿੱਤੀ, ਮੇਰੇ ਤੇ ਉਹਦਾ ਕੋਈ ਅਸਰ ਨਹੀਂ ਚੱਲਿਆ। ਕਿਉਂਕਿ ਜਿੱਥੇ ਭਗਤੀ ਹੈ ਉੱਥੇ ਇਸ ਮਾਇਆ ਦਾ ਪ੍ਰਭਾਵ ਨਹੀਂ ਹੈ। ਹਾਂਜੀ, ਇਸਤਰੀ ਕੋ ਇਸਤਰੀ ਨਾ ਪਰਮਾਵੇ। ਕਿਉਂਕਿ ਮਾਇਆ ਵੀ ਇਸਤਰੀ ਹੈ, ਭਗਤੀ ਵੀ ਇਸਤਰੀ ਹੈ, ਇਸਤਰੀ ਨੂੰ ਇਸਤਰੀ ਨਹੀਂ ਭਰਮਾ ਸਕਦੀ। ਤਰੇ ਭਗਤ ਤਿਸ ਪ੍ਰਭੂ ਮਿਲਾਵੇ। ਜਿਹੜੇ ਭਗਤੀ ਨੂੰ ਹਿਰਦੇ 'ਚ ਧਾਰਨ ਕਰਦੇ ਆ ਉਹਨਾਂ ਨੂੰ ਪ੍ਰਭੂ ਵਿੱਚ ਅਭੇਦਤਾ ਤੇ ਮਿਲਾਪ ਪ੍ਰਾਪਤ ਹੁੰਦਾ ਹੈ। ਮਾਇਆ ਨਟਨੀ ਚਾਤੁਰ ਛਲ ਤੇ। ਮਾਇਆ ਨਟਣੀ ਹੈ, ਇਹ ਕਈ ਤਰ੍ਹਾਂ ਦੀਆਂ ਬਾਜੀਗਰੀਆਂ ਕਰਦੀ ਆ, ਬੜੀ ਚਤਰ ਤੇ ਛਲੀਆ ਹੈ। ਸਬਨ ਪਰਮਾਏ ਲੇਤ ਨਿਜ ਬਲ ਤੇ। ਆਪਣੇ ਬਲ ਨਾਲ ਵੱਡਿਆਂ ਵੱਡਿਆਂ ਨੂੰ ਭਰਮਾ ਲੈਂਦੀ ਆ। ਸਰਪਨੀ ਤੇ ਉਪਰ ਨਹੀਂ ਬਲੀਆ, ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛਲੀਆ। ਕਿੱਡੀ ਬਲੀ ਆ ਇਹ ਮਾਇਆ। ਇਹ ਮਾਇਆ ਵੱਡਿਆਂ ਵੱਡਿਆਂ ਨੂੰ ਭਰਮਾ ਲੈਂਦੀ ਹੈ, ਬੜੀ ਚੰਚਲ ਹੈ, ਬੜੀ ਛਲੀਆ ਹੈ। ਤੋ ਪਾਤਸ਼ਾਹ ਕਹਿੰਦੇ ਸਬਨ ਭਰਮਾਏ ਲੇਤ ਨਿਜ ਬਲ ਤੇ, ਆਪਣੇ ਬਲ ਨਾਲ ਸਭ ਨੂੰ ਭਰਮਾ ਲੈਂਦੀ। ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾਂ ਜਗ ਖਾਇਆ। ਮਾਨਮੁਖ ਖਾਧੇ ਗੁਰਮੁਖ ਉਬਰੇ, ਜਿਨੀ ਸੱਚ ਨਾਮ ਚਿਤ ਲਾਇਆ। ਮਾਇਆ ਰੁਪਈਆਂ ਪੈਸਿਆਂ ਨੂੰ ਇਕੱਲਾ ਮਾਇਆ ਨਹੀਂ ਕਹਿੰਦੇ। ਮਾਇਆ ਦੇ ਕਿਤਨੇ ਹੀ ਪ੍ਰਕਾਰ ਨੇ। ਕਾਮ ਵੀ ਮਾਇਆ ਹੈ, ਕ੍ਰੋਧ ਵੀ ਮਾਇਆ ਹੈ, ਈਰਖਾ ਵੀ ਮਾਇਆ ਹੈ, ਦ્વੈਸ਼ ਵੀ ਮਾਇਆ। ਇਹ ਜਿਤਨਾ ਵੀ ਸੰਸਾਰ ਹੈ ਸਭ ਮਾਇਆ ਹੀ ਹੈ, ਪਰਮੇਸ਼ਰ ਦੀ ਇਹ ਮਾਇਆ ਜਾਲ ਹੀ ਹੈ। ਔਰ ਇਹ ਮਾਇਆ ਬੜੀ ਪ੍ਰਬਲ ਹੈ, ਇਹ ਵੱਡਿਆਂ ਵੱਡਿਆਂ ਨੂੰ ਭਰਮਾ ਲੈਂਦੀ ਹੈ। ਸੁਨ ਸਿੱਖਨ ਬੂਝੇ ਗੁਰ ਫੇਰ। ਜਦੋਂ ਸਤਿਗੁਰਾਂ ਨੇ ਚਾਰੇ ਦੱਸੇ ਸੁਣ ਕੇ ਸਿੱਖ ਫਿਰ ਪੁੱਛਦੇ, ਇਨ ਚਤਰਨ ਕੋ ਰੂਪ ਬਡੇਰ। ਮਹਾਰਾਜ ਜੀ ਜਿਹੜੇ ਚਾਰ ਸਾਧਨ ਆਪ ਜੀ ਨੇ ਦੱਸੇ ਨੇ, ਵਿਰਾਗ, ਯੋਗ, ਗਿਆਨ ਤੇ ਭਗਤੀ, ਇਹਨਾਂ ਚਾਰਾਂ ਦਾ ਸਰੂਪ ਵਰਣਨ ਕਰਕੇ ਦੱਸੋ। ਵਿਰਾਗ ਕੀ ਹੈ, ਗਿਆਨ ਕੀ ਹੈ, ਯੋਗ ਕੀ ਹੈ ਔਰ ਭਗਤੀ ਕੀ ਹੈ। ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਚਾਰਾਂ ਦਾ ਸਰੂਪ ਨਿਰੂਪਣ ਕਰ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। 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 हे अच्युत हे पार ब्रह्म हे पूरन हे सर्वमय हे संगी हे निरंकार हे गोविंद हे गुण निधान
हे अपरंपर हर हरे हे संतह कै सदा संग हे ठाकुर हो दासरो नानक दीजै नाम दान आए प्रभ शरणागति ਕਿਰਪਾ ਨਿਧ ਦਿਆਲ एक अखर हर मन बस्त ਨਾਨਕ ਹੋਤ ਨਿਆਲ वाहिगुरु नाम जहाज है ਚੜੇ ਸੋਤਰੇ ਪਾਰ जो शरदा कर से बंदे ਗੁਰ ਪਾਰ ਉਤਾਰਨਿਆਰ वाहिगुरु नाम जहाज है ਚੜੇ ਸੋਤਰੇ ਪਾਰ जो शरदा कर से बंदे ਗੁਰ ਪਾਰ ਉਤਾਰਨਿਆਰ वाहिगुरु जी का खालसा वाहिगुरु जी की फतेह।